ਅਸੀਂ ਕਿਤੇ ਆਪਣੇ ਜਿਹੜੇ ਹੁਣ ਕਰੰਟ ਲੀਡਰਸ਼ਿਪ ਆ ਕਿ ਉਹਨਾਂ ਨੂੰ ਅਪਰੋਚ ਕਰਦੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਸੋ ਉਹਦੇ ਕਰਕੇ ਲੋਕੀ ਇਹੀ ਜਦੋਂ ਅਸੀਂ ਦਰਵਾਜ਼ੇ 'ਤੇ ਜਾਂਦੇ ਆ ਕਹਿੰਦੇ ਕਿ ਜਿਹੜੇ ਸਾਡੇ ਕੋਲ ਕੋਈ ਕਾਉਂਸਲਰ ਇੱਦਾਂ ਦਾ ਹੋਣਾ ਚਾਹੀਦਾ ਜਿਹੜੇ ਸਾਡੀ ਆਵਾਜ਼ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਹੈ ਇੱਕ ਇਹੀ ਇੱਦਾਂ ਦੀ ਸੰਸਥਾ ਹੈ ਇੱਥੇ ਆਪਣੀ ਸਿੱਖਾਂ ਦੀ ਕਿ 84 ਤੋਂ ਬਾਅਦ ਇਹ ਇੱਕ ਨੈਸ਼ਨਲ ਪੱਧਰ 'ਤੇ ਆਪਣੇ ਸਿੱਖਾਂ ਦੀ ਆਵਾਜ਼ ਉਠਾ ਰਹੇ ਸੀ। ਬਹੁਤ ਜ਼ਰੂਰੀ ਹੁੰਦਾ ਆ ਜੇ ਤੁਸੀਂ ਪੋਲੀਟਿਕਸ ਜਾਣਾ ਆ, ਜੇ ਤੁਸੀਂ ਆਪਣੀ ਕਮਿਊਨਿਟੀ ਲਈ ਕੁਝ ਕੰਮ ਕਰਨੇ ਆ, ਤੁਹਾਡੇ ਆਲਰੇਡੀ ਐਕਸਪੀਰੀਅੰਸ ਹੋਣੇ ਚਾਹੀਦੇ ਆ, ਨਾ ਕਿ ਤੁਸੀਂ ਉੱਥੇ ਜਾ ਕੇ ਪਹਿਲਾ ਤੌਰ ਤੇ ਤੁਸੀਂ ਉੱਥੇ ਜਾ ਕੇ ਕੰਮ ਸਿੱਖਣਾ ਹੁੰਦਾ ਆ। ਯੂ ਨੀਡ ਟੂ ਹੈਵ ਦੀ ਐਕਸਪੀਰੀਅੰਸ। ਤੇ ਸੋ ਉਸ ਫਰਸਟ੍ਰੇਸ਼ਨ ਦੇ ਵਿੱਚੋਂ ਵੀ ਮੈਨੂੰ ਖੁਦ ਫੀਲ ਹੋਇਆ ਕਿ ਸਾਨੂੰ ਕਾਉਂਸਲਰ ਇੱਦਾਂ ਦੇ ਚਾਹੀਦੇ ਜਿਹੜੇ ਐਕਸ਼ਨ ਲੈ ਸਕਦੇ ਆ, ਨਾ ਕਿ ਬਸ ਹੋਰ ਕਮੇਟੀਆਂ ਬਣਾ ਕੇ ਹੋਰ ਸਲਾਹਾਂ ਕਰਾ ਕੇ ਬਸ ਐਕਸ਼ਨ ਲਓ। ਪੰਜਾਬੀ ਨੈਸ਼ਨਲ ਟੈਲੀਵਿਜ਼ਨ ਉੱਪਰ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਲੈ ਕੇ ਹਾਜ਼ਰ ਹਾਂ ਜੀ। ਮਨਜੀਤ ਸਿੰਘ ਫਿਰਮਣ ਵੱਲੋਂ ਆਪ ਜੀ ਨੂੰ ਪਿਆਰ, ਅਦਬ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ, ਸਲਾਮ, ਨਮਸਤੇ। ਦੋਸਤੋ, ਇਸ ਪ੍ਰੋਗਰਾਮ ਰਾਹੀਂ ਪੰਜਾਬੀ ਨੈਸ਼ਨਲ ਟੈਲੀਵਿਜ਼ਨ ਦਾ ਇਹ ਉਪਰਾਲਾ ਹੈ ਕਿ ਅਸੀਂ ਜਿਹੜੇ ਐਡਮਿੰਟਨ ਅਤੇ ਸਰਾਊਂਡਿੰਗ ਏਰੀਆਸ ਵਿੱਚ ਸਿਵਿਕ ਇਲੈਕਸ਼ਨ ਹੋਣ ਜਾ ਰਹੇ ਨੇ ਉਸ ਦੇ ਬਾਬਤ ਜਿਹੜੇ ਉਮੀਦਵਾਰ ਨੇ, ਚਾਹੇ ਉਹ ਕਾਉਂਸਲਰ ਦੇ ਤੌਰ 'ਤੇ ਇਲੈਕਸ਼ਨ ਲੜਨ ਜਾ ਰਹੇ ਨੇ ਜਾਂ ਮੇਅਰ ਔਰ ਜਾਂ ਉਹ ਐਜ਼ ਏ ਸਕੂਲ ਟਰਸਟੀ ਬੋਰਡ ਆਪਣਾ ਭਵਿੱਖ ਅਜਮਾਉਣ ਜਾ ਰਹੇ ਨੇ, ਉਹਨਾਂ ਨਾਲ ਤੁਹਾਡੀ ਮੁਲਾਕਾਤ ਕਰਾਈਏ, ਉਹਨਾਂ ਦੇ ਕੀ ਪਲੇਟਫਾਰਮ ਨੇ ਉਹ ਤੁਹਾਡੇ ਤੱਕ ਪਹੁੰਚ ਕਰੀਏ ਔਰ ਸਿਟੀ ਦੇ ਮੁੱਦਿਆਂ ਦੇ ਪ੍ਰਤੀ ਉਹਨਾਂ ਦਾ ਕੀ ਵਿਜ਼ਨ ਹੈ ਉਹ ਤੁਹਾਡੇ ਨਾਲ ਸਾਂਝਾ ਕਰੀਏ। ਸੋ ਅੱਜ ਦੇ ਇਸ ਪਲੇਟਫਾਰਮ ਦੇ ਵਿੱਚ ਐਡਮਿੰਟਨ ਸ਼ਹਿਰ ਦੀ ਜਿਹੜੀ ਵਾਰਡ ਨੰਬਰ 12 ਸੀ ਔਰ ਇਸ ਨੂੰ ਅੱਜ ਕੱਲ੍ਹ ਸਪੈਮੀ ਚੌਪੀ ਕਹਿੰਦੇ ਆ, ਇੱਥੋਂ ਦੇ ਬੜੇ ਹੀ ਐਨਰਜੈਟਿਕ, ਯੰਗ ਐਂਡ ਹਾਈਲੀ ਐਜੂਕੇਟਡ ਕੈਂਡੀਡੇਟ ਨੇ ਮਿਸਟਰ ਹਰਮਨ ਕੰਦੋਲਾ, ਅੱਜ ਨਾਲ ਸਾਡੇ ਨਾਲ ਜੁੜੇ ਨੇ। ਆਓ ਜੀ ਸਵਾਗਤ ਕਰਦੇ ਹਾਂ। ਮਿਸਟਰ ਕੰਦੋਲਾ, ਯੂ ਵੈਲਕਮ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਤਾਂ ਇਹ ਦੱਸੋ ਜੀ ਕਿ ਜਿਹੜਾ ਇਲੈਕਸ਼ਨ ਕੰਪੇਨ ਆ ਕਿਵੇਂ ਚੱਲ ਰਿਹਾ, ਕਿਵੇਂ ਰਿਸਪੌਂਸ ਆ ਰਿਹਾ ਲੋਕਾਂ ਦਾ? ਇਲੈਕਸ਼ਨ ਕੈਂਪੇਨ ਬਹੁਤ ਵਧੀਆ ਚੱਲ ਰਿਹਾ। ਲੋਕਾਂ ਦੇ ਵਿੱਚ ਬੜੀ ਐਨਰਜੀ ਆ, ਲੋਕੀ ਚਾਹੁੰਦੇ ਆ ਕਿ ਸਾਡੇ ਕੋਲ ਚੇਂਜ ਹੋਵੇ। ਲੋਕੀ ਜਦੋਂ ਅਸੀਂ ਦਰਵਾਜ਼ੇ ਖੜਕਾਉਂਦੇ ਆ, ਜਦੋਂ ਵੀ ਅਸੀਂ ਡੋਰ ਨਾਕਿੰਗ ਕਰਦੇ ਆ, ਲੋਕੀ ਸਾਨੂੰ ਦੱਸਦੇ ਕਿ ਇੱਕ ਫਰਸਟ੍ਰੇਸ਼ਨ ਹੈ ਸਾਡੇ ਕੋਲ ਕਿ ਜਿਹੜੀ ਬੇਸਿਕ ਜ਼ਰੂਰਤਾਂ ਆ ਜਾਂ ਜਿਹੜੇ ਬੇਸਿਕ ਨੀਡਸ ਹੈ ਕਿ ਉਹ ਹਜੇ ਸਾਡੇ ਪੂਰੀਆਂ ਨਹੀਂ ਹੋ ਰਹੀਆਂ। ਕਿ ਜਦੋਂ ਅਸੀਂ ਕਿਤੇ ਆਪਣੇ ਜਿਹੜੇ ਹੁਣ ਕਰੰਟ ਲੀਡਰਸ਼ਿਪ ਆ ਕਿ ਉਹਨਾਂ ਨੂੰ ਅਪਰੋਚ ਕਰਦੇ ਆ ਕਿ ਸਾਡੀਆਂ ਮੰਗਾਂ ਪੂਰੀਆਂ ਨਹੀਂ ਹੁੰਦੀਆਂ। ਸੋ ਉਹਦੇ ਕਰਕੇ ਲੋਕੀ ਇਹੀ ਜਦੋਂ ਅਸੀਂ ਦਰਵਾਜ਼ੇ 'ਤੇ ਜਾਂਦੇ ਆ ਕਹਿੰਦੇ ਕਿ ਜਿਹੜੇ ਸਾਡੇ ਕੋਲ ਕੋਈ ਕਾਉਂਸਲਰ ਇੱਦਾਂ ਦਾ ਹੋਣਾ ਚਾਹੀਦਾ ਜਿਹੜੇ ਸਾਡੀ ਆਵਾਜ਼ ਉਠਾ ਸਕਦਾ, ਜਿਹੜੀ ਸਾਡੇ ਕੰਮ ਕਰਾ ਸਕਦਾ, ਕੰਮ ਕਰ ਸਕਦਾ ਆ। ਅਤੇ ਸਾਨੂੰ ਇੱਦਾਂ ਦਾ ਕਾਉਂਸਲਰ ਚਾਹੀਦਾ ਜਿਹਦੇ ਕੋਲ ਐਕਸਪੀਰੀਅੰਸ ਵੀ ਆ ਸਮਾਜਿਕ ਕੰਮਾਂ ਦੇ ਵਿੱਚ ਜਾਂ ਸੇਵਾ ਦੇ ਵਿੱਚ। ਸੋ ਜਦੋਂ ਅਸੀਂ ਆਪਣਾ ਦੱਸਦੇ ਹਾਂ ਕਿ ਸਾਡੀ ਜੋ ਐਕਸਪੀਰੀਅੰਸ ਆ ਕਮਿਊਨਿਟੀ 'ਚ ਜਾਂ ਆਪਣੇ ਪ੍ਰੋਫੈਸ਼ਨਲ ਐਕਸਪੀਰੀਅੰਸ ਜਾਂ ਇਵਨ ਪੋਲੀਟੀਕਲ ਐਕਸਪੀਰੀਅੰਸ, ਲੋਕਾਂ ਨੂੰ ਬੜਾ ਇਨਕਰੇਜਮੈਂਟ ਮਿਲਦਾ ਕਿ ਹੁਣ ਫਾਈਨਲੀ ਸਾਡੇ ਕੋਲ ਕਾਉਂਸਲਰ ਦੇ ਕੈਂਡੀਡੇਟ ਹੈਗੇ ਆ ਜਿਹੜੇ ਕੰਮ ਕਰ ਸਕਦੇ ਆ ਅਤੇ ਕੁਛ ਸਾਡੇ ਭਲੇ ਲਈ, ਬਾਕੀ ਦੇ ਸੁਸਾਇਟੀ ਦੇ ਭਲੇ ਲਈ ਕੁਛ ਕਰ ਸਕਦੇ ਆ। ਸੋ ਉਹਦੇ ਕਰਕੇ ਲਈ ਸਾਨੂੰ ਬੜੀ ਇੰਥੂਜ਼ੀਆਜ਼ਮ ਮਿਲਦੀ ਆ, ਲੋਕਾਂ ਤੋਂ ਇੰਨਾ ਪਿਆਰ ਮਿਲਦਾ ਆ। ਅਤੇ ਅਸੀਂ ਸਾਨੂੰ ਪਤਾ ਕਿ ਲੋਕਾਂ ਦੇ ਉਮੀਦਾਂ ਆ ਸਾਡੇ 'ਚ ਕਿ ਅਸੀਂ ਕੁਛ ਕਰੂੰਗੇ ਜੇ ਸਾਨੂੰ ਮੌਕਾ ਦਿੱਤਾ ਆ ਕਿ ਸੇਵਾ ਕਰਨ ਦਾ। ਸੋ ਵੀਰ ਵੈਰੀ ਐਕਸਾਈਟਿਡ। ਮੈਂ ਹਰਮਨ ਜੀ ਬਾਰੇ ਥੋੜ੍ਹਾ ਜਿਹਾ ਦਰਸ਼ਕਾਂ ਨੂੰ ਦੱਸ ਦੇਵਾਂ ਜੀ ਕਿ ਬੈਰਿਸਟਰ ਐਂਡ ਸੋਲਿਸਿਟਰ ਵੀ ਨੇ, ਨਾਲ ਦੇ ਨਾਲ ਇਹ ਵਰਲਡ ਸਿੱਖ ਆਰਗੇਨਾਈਜੇਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਰਹੇ ਨੇ, ਹੈਗੇ ਅਜੇ ਵੀ? ਹਾਂਜੀ ਵੀ ਆ। ਓਕੇ। ਇਸ ਤੋਂ ਇਲਾਵਾ ਜੀ ਐਂਟੀ ਰੇਸਿਜ਼ਮ ਐਡਵਾਈਜ਼ਰੀ ਕਮੇਟੀ ਹੈ ਐਡਮਿੰਟਨ ਦੀ, ਉਹਦੇ ਵੀ ਮੈਂਬਰ ਨੇ। ਹਾਂਜੀ। ਮੈਨੂੰ ਇਹ ਦੱਸੋ ਕਿ ਇਹ ਸਾਰੀਆਂ ਆਰਗੇਨਾਈਜੇਸ਼ਨ ਨਾਲ ਜਦੋਂ ਤੁਸੀਂ ਕੰਮ ਕੀਤਾ, ਐਜ਼ ਏ ਤੁਸੀਂ ਲਾਇਰ ਵੀ ਕੰਮ ਕਰ ਰਹੇ ਜੀ, ਇਹ ਸਾਰਾ ਜਿਹੜਾ ਤਜਰਬਾ ਵਾ ਇਹ ਕਿਵੇਂ ਤੁਸੀਂ ਯੂਜ਼ ਕਰ ਪਾਓਗੇ ਐਜ਼ ਏ ਕਾਉਂਸਲਰ? ਸੋ ਇੱਕ ਹੋਰ ਵੀ ਇੱਕ ਸੰਸਥਾ ਇੱਥੇ ਐਡਮਿੰਟਨ ਦੇ ਵਿੱਚ, ਐਡਮਿੰਟਨ ਮੈਨੋਨਾਈਟ ਸੈਂਟਰ ਫॉर ਨਿਊ ਕਮਰਸ, ਜਿਹਨੂੰ ਅਸੀਂ EMCN ਕਹਿੰਦੇ ਆ, ਉਹਦਾ ਵੀ ਮੈਂ ਇੱਕ ਬੋਰਡ ਸੈਕਟਰੀ ਆ। ਉਹਦੇ ਪਿਛਲੇ 2.5 ਸਾਲਾਂ ਤੋਂ ਬੋਰਡ ਮੈਂਬਰ ਆ। ਉਹ ਜਿਹੜੀ ਸੰਸਥਾ ਆ ਉਹ ਐਕਚੁਅਲੀ ਜਿਹੜੀ ਸਾਡੇ ਸ਼ਹਿਰ ਦੀ ਸਭ ਤੋਂ ਵੱਡੇ ਏਜੰਸੀ ਆ ਜਿਹੜੀ ਨਵੇਂ ਬੰਦਿਆਂ ਨੂੰ, ਜਿਹੜੀ ਨਿਊ ਕਮਰਸ ਆ, ਉਹਨਾਂ ਦੇ ਸਪੋਰਟ ਲਈ ਉਹ ਕੰਮ ਕਰਦੇ ਆ। ਸਾਡੀ ਜਿਹੜੀ ਬਜਟ ਆ ਇਟਸ ਓਵਰ $16 million ਅਤੇ ਅਸੀਂ ਉਹਨੂੰ ਮੈਨੇਜ ਕਰਦੇ ਆ। ਸਾਡੇ ਕੋਲ ਓਵਰ 300 ਇੰਪਲੋਈ ਵੀ ਆ। ਅਤੇ ਕਈ ਲੋਕਾਂ ਨੂੰ ਯਾਦ ਹੋਊਗਾ ਕਿ ਪਹਿਲਾਂ ਇਹਨਾਂ ਦੇ ਮਿਲਬੌਰਨ ਮਾਲ ਦੇ ਵਿੱਚ ਵੀ ਸੈਕੰਡ ਫਲੋਰ ਦੇ ਉੱਪਰ ਉੱਥੇ ਇੱਕ ਫੈਸਿਲਿਟੀ ਹੁੰਦੀ ਸੀ ਜਿੱਥੇ ਆਪਣੇ ਲੋਕ ਇੰਗਲਿਸ਼ ਸਿੱਖ ਸਕਦੇ ਸੀ ਜਾਂ ਰੈਜ਼ੂਮੇ ਬਣਾਉਣ 'ਚ ਹੈਲਪ ਮਦਦ ਮਿਲਦੀ ਹੁੰਦੀ ਸੀ, ਜਾਂ ਜੇ ਤੁਸੀਂ ਬ੍ਰਿਜਿੰਗ ਪ੍ਰੋਗਰਾਮ ਕਰਦੇ ਆ, ਤੁਹਾਡੇ ਕ੍ਰੈਡੈਂਸ਼ੀਅਲਸ ਤੁਸੀਂ ਰਿਕਗਨਾਈਜ਼ ਕਰਨੇ ਆ, ਉਹਦੇ ਵਿੱਚ ਮਦਦ ਕਰਦੇ ਆ। ਸੋ ਉਹ ਇੱਕ ਬਹੁਤ ਨੈਸੈਸਰੀ ਚੀਜ਼ ਹੈ ਕਿ ਜਦੋਂ ਵੀ ਕੋਈ ਨਵਾਂ ਆਉਂਦੇ ਆ, ਕਰਕੇ ਇਨ ਦ 80s and 90s ਜਦੋਂ ਪੰਜਾਬੀ ਕਾਫੀ ਆਏ ਸੀ ਐਡਮਿੰਟਨ ਦੇ ਵਿੱਚ,
ਸਾਨੂੰ ਉਸ ਚੀਜ਼ਾਂ ਦੀ ਲੋੜਵੰਦ ਸੀ ਅਸੀਂ ਬਿਕਾਜ਼ ਉਦੋਂ ਸਾਡੇ ਕਮਿਊਨਿਟੀ ਵੀ ਘੱਟ ਸੀ ਰਾਈਟ ਵੀ ਡਿਡਨਟ ਹੈਵ ਦ ਸੇਮ ਅੰਡਰਸਟੈਂਡਿੰਗ ਆਫ ਇਨਫੋਰਮੇਸ਼ਨ ਸੋ ਇਦਾਂ ਦੇ ਜਿਹੜੇ ਸੰਸਥਾਵਾਂ ਨੇ ਉਹ ਜਿਹੜੇ ਕੰਮ ਕਰਦੇ ਆ ਇਹ ਬਹੁਤ ਹੀ ਨੈਸੈਸਰੀ ਆ ਸੋ ਸਾਨੂੰ ਹੋਇਆ ਸੀਗਾ ਮੈਨੂੰ ਆਪ ਸੀਗਾ ਕਿ ਅਸੀਂ ਆਪਣੇ ਸ਼ਹਿਰ ਨੂੰ ਇੱਕ ਡੈਸਟੀਨੇਸ਼ਨ ਬਣਾਉਣਾ ਚਾਹੁੰਦੇ ਆ ਅਸੀਂ ਜੇ ਆਪਣੀ ਗਰੋਥ ਵਧਾਉਣਾ ਚਾਹੁੰਦੇ ਆ ਸਾਨੂੰ ਨਵੇਂ ਬੰਦੇ ਚਾਹੀਦੇ ਆ ਬਾਹਰੋਂ ਜਿਹੜੇ ਲੋਕੀ ਆਉਣ ਉਹਨਾਂ ਦੀ ਫੈਸਿਲਿਟੀ ਹੋਣ ਉਹਨੂੰ ਸਪੋਰਟ ਹੋਣ ਕਿ ਤੁਸੀਂ ਇੱਥੇ ਆਣ ਕੇ ਸਕਸੈਸਫੁਲ ਵੀ ਬਣ ਸਕਣ ਕਿ ਫੇਰ ਹੀ ਨਵੇਂ ਬੰਦੇ ਆਓਗੇ ਫੇਰ ਹੀ ਸਾਡਾ ਜਿਹੜਾ ਸ਼ਹਿਰ ਹੈ ਵਧੂਗਾ ਸੋ ਯੂ ਹੈਵ ਟੂ ਹੈਵ ਦੈਟ ਵਿਜ਼ਨ ਬਟ ਯੂ ਆਲਸੋ ਹੈਵ ਟੂ ਡੂ ਦ ਵਰਕ ਤੇ ਉਸ ਜਿਹੜਾ ਰੋਲ ਆ ਇਟਸ ਅ ਗਵਰਨੈਂਸ ਰੋਲ ਮਤਲਬ ਤੁਹਾਡਾ ਕੰਮ ਹੁੰਦਾ ਹੈ ਕਿ ਜਿਹੜੇ ਸਟਾਫ ਆ ਜਿਹੜੇ ਸਾਡੇ CEO ਨੇ ਐਗਜ਼ੀਕਿਊਟਿਵ ਡਾਇਰੈਕਟਰ ਆ ਕਿ ਉਹਨਾਂ ਨੂੰ ਤੁਸੀਂ ਮੈਨੇਜ ਕਰਨਾ ਹੁੰਦਾ ਆ ਰਾਈਟ ਸੇਮ ਰੋਲ ਜਦੋਂ ਹੁਣ ਅਸੀਂ ਵਾਈਸ ਪ੍ਰਧਾਨ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਆਫ ਕੈਨੇਡਾ ਜਿਹੜੀ ਵਰਲਡ ਸਿੱਖ ਆਰਗੇਨਾਈਜੇਸ਼ਨ ਹੈ ਇੱਕ ਇਹੀ ਇੱਦਾਂ ਦੀ ਸੰਸਥਾ ਹੈ ਇੱਥੇ ਆਪਣੀ ਸਿੱਖਾਂ ਦੀ ਕਿ 84 ਤੋਂ ਬਾਅਦ ਇਹ ਇੱਕ ਨੈਸ਼ਨਲ ਪੱਧਰ ਤੇ ਆਪਣੇ ਸਿੱਖਾਂ ਦੀ ਆਵਾਜ਼ ਉਠਾ ਰਹੇ ਸੀ ਜਾਂ ਲੀਗਲ ਤੌਰ ਤੇ ਜਾਂ ਪੋਲੀਟੀਕਲ ਲੌਬਿੰਗ ਦੇ ਤੌਰ ਤੇ ਸਾਡੇ ਕੋਲ ਇਸ ਸਮੇਂ 2 ਫੁੱਲ ਟਾਈਮ ਸਟਾਫ ਨੇ ਰਾਈਟ ਇੱਕ ਜਿਹੜੇ ਲੀਗਲ ਕਾਉਂਸਲ ਨੇ ਜਿਹੜੇ ਜੇ ਕੋਈ ਕਿਸੇ ਦਾ ਵੀ ਇਸ਼ੂ ਆਉਂਦਾ ਆ ਕਿ ਤੁਹਾਡੇ ਨਾਲ ਕੋਈ ਧੱਕਾ ਹੁੰਦਾ ਆ ਕੰਮ ਤੇ ਡਿਸਕ੍ਰਿਮੀਨੇਸ਼ਨ ਹੁੰਦਾ ਰਿਲੀਜੀਅਸ ਬੇਸਿਸ ਦੇ ਉੱਪਰ ਜੇ ਤੁਹਾਨੂੰ ਫ੍ਰੀ ਆਫ ਚਾਰਜ ਤੁਹਾਨੂੰ ਲੀਗਲ ਸਪੋਰਟ ਚਾਹੀਦੀ ਆ ਉਹ ਤੁਸੀਂ ਸਾਨੂੰ ਕੰਟੈਕਟ ਕਰਕੇ ਤੁਸੀਂ ਉਹਦਾ ਫਾਇਦਾ ਉਠਾ ਸਕਦੇ ਆ ਯੂ ਕੈਨ ਯੂਜ਼ ਦੈਟ ਫੈਸਿਲਿਟੀ ਐਂਡ ਵੀ ਹੈਵ ਐਨ ਐਗਜ਼ੀਕਿਊਟਿਵ ਡਾਇਰੈਕਟਰ ਹੂਜ਼ ਜੌਬ ਇਜ਼ ਟੂ ਮੇਕ ਸ਼ੋਰ ਦੈਟ ਆਵਰ ਆਰਗੇਨਾਈਜੇਸ਼ਨ ਇਜ਼ ਕੰਟੀਨਿਊਇੰਗ ਟੂ ਰੋਲ ਸੋ ਇਹ ਦੋਨੋਂ ਰੋਲਾਂ ਦੇ ਵਿੱਚ ਚਲੋ ਠੀਕ ਹੈ ਵੀ ਕੈਨ ਟਾਕ ਅਬਾਊਟ ਜਿਹੜੇ ਮੁੱਦਿਆਂ ਤੋਂ ਪਰ ਇੱਕ ਐਕਸਪੀਰੀਅੰਸ ਬਣਦਾ ਕਿ ਤੁਸੀਂ ਮੈਨੇਜ ਕਿੱਦਾਂ ਕਰਨਾ ਸਟਾਫ ਨੂੰ ਜਾਂ ਐਡਮਿਨਿਸਟ੍ਰੇਟਿਵ ਜਿਹੜੀ ਸਟਰੈਂਥ ਹੁੰਦੀ ਹੈ ਉੱਥੋਂ ਤੁਹਾਨੂੰ ਮਿਲਦੀ ਆ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਹੈ ਕਰਕੇ ਜਦੋਂ ਤੁਸੀਂ ਸਿਟੀ ਹਾਲ 'ਚ ਜਾਣਾ ਆ ਇਟਸ ਨਾਟ ਐਜ਼ ਅ ਪਾਰਟੀ ਰਾਈਟ ਤੁਸੀਂ ਐਕਚੁਅਲੀ ਜਿਹੜੇ ਸਿਟੀ ਐਡਮਿਨਿਸਟ੍ਰੇਸ਼ਨ ਆ ਉਹਨੂੰ ਤੁਸੀਂ ਮੈਨੇਜ ਕਰਨਾ ਹੁੰਦਾ ਆ ਇਹ ਇੱਕ ਗਵਰਨੈਂਸ ਰੋਲ ਹੁੰਦਾ ਆ ਸੋ ਗਵਰਨੈਂਸ ਰੋਲ ਦੇ ਵਿੱਚ ਤੁਹਾਡੇ ਕੋਲ ਸਕਿੱਲਸ ਹੋਣੇ ਚਾਹੀਦੇ ਤੁਹਾਡੇ ਕੋਲ ਐਕਸਪੀਰੀਅੰਸ ਹੋਣਾ ਚਾਹੀਦਾ ਆ ਤੇ ਐਜ਼ ਜਿਹੜਾ ਹੁਣ ਤੁਸੀਂ ਹਾਈਲਾਈਟ ਕੀਤਾ ਕਿ ਇਨ ਮਾਈ ਪ੍ਰੈਕਟਿਸ ਮੈਂ ਵਕੀਲ ਆ ਪਰ ਖਾਸ ਕਰ ਮੈਂ ਲਿਟੀਗੇਸ਼ਨ ਕਰਦੇ ਆ ਰਾਈਟ ਲਿਟੀਗੇਸ਼ਨ ਦੇ ਵਿੱਚ ਸਾਨੂੰ ਸਾਡੇ ਕਲਾਇੰਟ ਇਸ ਕਰਕੇ ਲਈ ਭਰੋਸਾ ਕਰਦੇ ਆ ਕਿ ਤੁਸੀਂ ਜਾ ਕੇ ਸਵਾਲ ਔਖੇ ਪੁੱਛਣੇ ਆ ਜਿਹੜਾ ਸੱਚਾਈ ਆ ਉਹ ਕੱਢਣੀ ਹੁੰਦੀ ਆ ਰਿਪਰੈਜ਼ੈਂਟ ਕਰਨਾ ਵਾ ਐਂਡ ਯੂ ਪੁਲਿੰਗ ਆਊਟ ਦ ਟਰੂਥ ਬਿਕਾਜ਼ ਜਿਹੜੇ ਹੁਣ ਕਾਉਂਸਲਰ ਨੇ ਜਦੋਂ ਉਹਨਾਂ ਦੇ ਸਾਹਮਣੇ ਜਦੋਂ ਵੀ ਐਡਮਿਨਿਸਟ੍ਰੇਸ਼ਨ ਇਨਫੋਰਮੇਸ਼ਨ ਪੇਸ਼ ਕਰਦੇ ਆ ਇਹਨਾਂ ਦਾ ਇੱਕ ਰਬਰ ਸਟੈਂਪ ਹੁੰਦਾ ਆ ਸਾਨੂੰ ਇਹ ਲੋੜ ਆ ਹੁਣ ਕਿ ਸਾਨੂੰ ਕਾਉਂਸਲਰ ਇਹ ਚਾਹੀਦੇ ਆ ਜਿਹੜੇ ਉਸ ਚੀਜ਼ ਨੂੰ ਕੁਐਸਚਨ ਕਰ ਸਕਦੇ ਆ ਉਸ ਚੀਜ਼ ਦੇ ਉੱਪਰ ਸੱਚਾਈ ਕੱਢ ਸਕਦੇ ਆ ਫਿਰ ਹੀ ਸਾਡੇ ਵਧੀਆ ਡਿਸੀਜਨ ਬਣ ਸਕਦੇ ਆ ਫਿਰ ਹੀ ਸਾਡੇ ਜਿਹੜੇ ਸ਼ਹਿਰ ਦੇ ਜਿਹੜੀ ਨੀਡਸ ਆ ਅਸੀਂ ਉਸ ਚੀਜ਼ ਦੇ ਉੱਪਰ ਡਿਲੀਵਰ ਕਰ ਸਕਦੇ ਆ ਸੋ ਜਿਹੜਾ ਐਕਸਪੀਰੀਅੰਸ ਬਣਦਾ ਜਦੋਂ ਤੁਸੀਂ ਨਾਨ ਪ੍ਰੋਫਿਟ ਦੇ ਵਿੱਚ ਕੰਮ ਕਰਦੇ ਆ ਇਹ ਬਹੁਤ ਜ਼ਰੂਰੀ ਹੁੰਦਾ ਆ ਜੇ ਤੁਸੀਂ ਪੋਲਿਟਿਕਸ ਜਾਣਾ ਆ ਜੇ ਤੁਸੀਂ ਆਪਣੀ ਕਮਿਊਨਿਟੀ ਲਈ ਕੁਝ ਕੰਮ ਕਰਨੇ ਆ ਤੁਹਾਡੇ ਆਲਰੇਡੀ ਐਕਸਪੀਰੀਅੰਸ ਹੋਣੇ ਚਾਹੀਦੇ ਆ ਨਾ ਕਿ ਤੁਸੀਂ ਉੱਥੇ ਜਾ ਕੇ ਪਹਿਲਾ ਤੌਰ ਤੇ ਤੁਸੀਂ ਉੱਥੇ ਜਾ ਕੇ ਕੰਮ ਸਿੱਖਣਾ ਹੁੰਦਾ ਆ ਯੂ ਨੀਡ ਟੂ ਹੈਵ ਦੀ ਐਕਸਪੀਰੀਅੰਸ ਤੇ ਜਿਹੜਾ ਸਿਟੀ ਆਫ ਐਡਮਿੰਟਨ ਦੇ ਜਿਹੜਾ ਐਂਟੀ ਐਡਵਾਈਜ਼ਰੀ ਕਮੇਟੀ ਆ ਪਿਛਲੇ 2 ਸਾਲਾਂ ਤੋਂ ਇਹ ਕਮੇਟੀ ਬਣੀ ਆ ਜਿਹੜੇ ਸਾਡੇ ਕਰੰਟ ਕਾਉਂਸਲਰ ਉਹ ਵੀ ਉਹਦੇ ਵਿੱਚ ਐਜ਼ ਏ ਕਾਉਂਸਲਰ ਬੈਠੇ ਨੇ ਤੇ ਉਹਦੇ ਵਿੱਚ ਅਸੀਂ ਹੁਣ ਦੇਖਿਆ ਕਿ ਸਿਟੀ ਐਡਮਿਨਿਸਟ੍ਰੇਸ਼ਨ ਕਿੱਦਾਂ ਕੰਮ ਕਰਦੇ ਨੇ ਰਾਈਟ 2 ਸਾਲ ਤੋਂ ਕੋਈ ਸਟੈਪ ਕੋਈ ਐਕਸ਼ਨ ਨਹੀਂ ਲੈ ਰਹੇ ਸਿਟੀ ਨੇ ਟੁਵਰਡਸ ਡੀਲਿੰਗ ਵਿਦ ਐਂਟੀ ਰੇਸਿਜ਼ਮ ਕਿ ਇੱਕ ਫਰਸਟ੍ਰੇਸ਼ਨ ਹੈ ਲੋਕਾਂ ਦੇ ਵਿੱਚ ਕਿ ਜੇ ਤੁਸੀਂ ਸੀਰੀਅਸ ਆ ਕਿ ਤੁਸੀਂ ਐਂਟੀ ਰੇਸਿਜ਼ਮ ਦੇ ਉੱਪਰ ਕੰਮ ਕਰਨਾ ਰਾਈਟ ਇਟਸ ਨਾਟ ਅਨਫ ਕਿ ਤੁਸੀਂ ਬਸ ਕਮੇਟੀਆਂ ਬਣਾਉਣੀਆਂ ਕਿ ਤੁਹਾਨੂੰ ਕੋਈ ਐਕਸ਼ਨ ਵੀ ਲੈਣਾ ਚਾਹੀਦਾ ਹੈ ਤੇ ਸੋ ਉਸ ਫਰਸਟ੍ਰੇਸ਼ਨ ਦੇ ਵਿੱਚੋਂ ਵੀ ਮੈਨੂੰ ਖੁਦ ਫੀਲ ਹੋਇਆ ਕਿ ਸਾਨੂੰ ਕਾਉਂਸਲਰ ਇੱਦਾਂ ਦੇ ਚਾਹੀਦੇ ਜਿਹੜੇ ਐਕਸ਼ਨ ਲੈ ਸਕਦੇ ਆ ਨਾ ਕਿ ਬਸ ਹੋਰ ਕਮੇਟੀਆਂ ਬਣਾ ਕੇ ਹੋਰ ਸਲਾਹਾਂ ਕਰਾ ਕੇ ਬਸ ਐਕਸ਼ਨ ਲਓ ਰਾਈਟ ਇਟ ਦ ਟਾਈਮ ਫॉर ਕੰਸਲਟੇਸ਼ਨ ਇਜ਼ ਓਵਰ ਦ ਟਾਈਮ ਫॉर ਐਕਸ਼ਨ ਇਜ਼ ਨਾਓ ਡੈਫੀਨੇਟਲੀ ਕੰਦੋਲਾ ਸਾਹਿਬ ਜਿਵੇਂ ਤੁਸੀਂ ਜ਼ਿਕਰ ਕੀਤਾ ਵੀ ਸਕਿੱਲਫੁਲ ਨੌਲੇਜੇਬਲ ਐਕਸਪੀਰੀਅੰਸ ਪਰਸਨ ਜਿਹੜੇ ਨੇ ਉਹਨਾਂ ਦੀ ਸਾਨੂੰ ਹਮੇਸ਼ਾ ਲੋੜ ਹੁੰਦੀ ਹੈ ਤੇ ਚਲੋ ਆਸ ਕਰਦੇ ਹਾਂ ਵੀ ਸਿਟੀ ਆਫ ਕਾਉਂਸਲ ਦੇ ਵਿੱਚ ਵਧੀਆ ਜਿਹੜੇ ਚੰਗੀ ਨੌਲੇਜ ਰੱਖਦੇ ਨੇ ਐਕਸਪੀਰੀਅੰਸ ਰੱਖਦੇ ਨੇ ਤੁਹਾਡੇ ਵਰਗੇ ਪੜ੍ਹੇ ਲਿਖੇ ਨੌਜਵਾਨ ਜਿਨ੍ਹਾਂ ਵਿੱਚ ਐਨਰਜੀ ਆ ਜਿਹੜੇ ਕਿ ਮੁੱਦਿਆਂ ਨੂੰ ਐਡਵੋਕੇਟ ਕਰ ਸਕਦੇ ਆ ਜਿਹੜੇ ਉੱਥੇ ਗੱਲਬਾਤ ਨੂੰ ਪੂਰੇ ਇੱਕ ਸਖਤੀ ਨਾਲ ਰੱਖ ਸਕਦੇ ਨੇ ਉਹਨਾਂ ਦੀ ਬਹੁਤ ਲੋੜ ਆ ਮੈਂ ਦੇਖਿਆ ਵੀ ਤੁਸੀਂ ਜਿੰਨੇ ਡੋਰ ਨੌਕਿੰਗ ਦੇ ਵਿੱਚ ਮਸ਼ਰੂਫ ਜੇ ਉਨੇ ਹੀ ਸੋਸ਼ਲ ਮੀਡੀਆ ਤੇ ਭਾਵੇਂ ਫੇਸਬੁੱਕ ਦੀ ਗੱਲ ਕਰ ਲਈਏ ਟਵਿੱਟਰ ਦੀ ਗੱਲ ਕਰ ਲਈਏ ਜਾਂ ਫਿਰ ਸਨੈਪਚੈਟ ਜਾਂ ਜਿੰਨੇ ਵੀ ਸੋਸ਼ਲ ਮੀਡੀਆ ਪਲੇਟਫਾਰਮ ਨੇ ਸਾਰਿਆਂ ਦੇ ਉੱਪਰ ਬਹੁਤ ਵਧੀਆ ਤਰੀਕੇ ਨਾਲ ਪ੍ਰਚਾਰ ਕਰ ਰਹੇ ਜੇ ਸੋ ਜਦੋਂ ਪ੍ਰਚਾਰ ਕਰਨ ਜਾਂਦੇ ਜੇ ਲੋਕਾਂ ਦੇ ਮੁੱਦੇ ਕਿਹੋ ਜਿਹੇ ਨੇ ਸੋ ਜਿਹੜੇ ਮੁੱਦੇ ਨੇ ਜਦੋਂ ਅਸੀਂ ਲੋਕਾਂ 'ਚ ਪਹਿਲਾਂ ਜਾ ਕੇ ਦਰਵਾਜ਼ੇ ਖੜਕਾਏ
ਜਾਂ ਆਪਣੇ ਅਸੀਂ ਪਾਰਕਾਂ 'ਚ ਜਾ ਕੇ ਇਵੈਂਟ ਕਰਾਏ ਕਰਕੇ ਕਈ ਵਾਰੀ ਹੁੰਦਾ ਆ ਕਿ ਦਰਵਾਜ਼ਿਆਂ ਦੇ ਉੱਪਰ ਕਈ ਵਾਰੀ ਲੋਕੀ ਤੁਹਾਨੂੰ ਪੂਰੀ ਅਸਲੀਅਤ ਨਹੀਂ ਦੱਸਦੇ ਕਈ ਵਾਰੀ ਉਹਨਾਂ ਨੂੰ ਕੰਫਰਟ ਉੱਥੇ ਮਿਲਦਾ ਆ ਜਿੱਥੇ ਉਹ ਜਾ ਕੇ ਇਕੱਠੇ ਬਹਿੰਦੇ ਆ ਕਿਸੇ ਨਾਲ ਰਾਈਟ ਸੋ ਉਹ ਇੱਕ ਉੱਥੇ ਲੋਕਾਂ ਨੂੰ ਕੰਫਰਟ ਮਿਲਿਆ ਪਰ ਸਾਨੂੰ ਫਰਸਟ ਸਟੈਪ ਤੇ ਲੋਕਾਂ ਨੇ ਇਹ ਬਹੁਤ ਵੱਡੀ ਮੰਗ ਕੀਤੀ ਸੀ ਕਿ ਸਾਨੂੰ ਬੇਸਿਕਸ ਚਾਹੀਦੇ ਪਾਰਕਾਂ ਦੇ ਵਿੱਚ ਹੁਣ ਸਾਨੂੰ ਸਾਰਿਆਂ ਨੂੰ ਪਤਾ ਕੋਵਿਡ ਵੇਲੇ ਪੈਂਡੈਮਿਕ ਵੇਲੇ ਲੋਕੀ ਘਰੇ ਸੀਗੇ ਐਜ਼ ਅ ਸਿਟੀ ਅਸੀਂ ਤਾਂ ਚਾਹੁੰਦੇ ਆ ਕਿ ਲੋਕੀ ਉਦੋਂ ਬਾਹਰ ਨਿਕਲਣ ਪਾਰਕਾਂ 'ਚ ਜਾਣ ਇੰਜੋਏ ਕਰਨ ਆਪਣੀ ਸਿਹਤ ਦਾ ਖਿਆਲ ਰੱਖਣ ਰਾਈਟ ਇੱਕ ਸਾਨੂੰ ਵੀ ਫਾਇਦਾ ਐਜ਼ ਅ ਸਿਟੀ ਹੈਲਥ ਕੇਅਰ ਦੇ ਫਾਇਦਾ ਆ ਰਾਈਟ ਪਰ ਜੇ ਤੁਸੀਂ ਘਾਹ ਨਹੀਂ ਕੱਟਦੇ ਪਾਰਕਾਂ ਦੇ ਜੇ ਤੁਸੀਂ ਬੈਂਚ ਨਹੀਂ ਰਖਾਉਂਦੇ ਜੇ ਤੁਸੀਂ ਵਾਸ਼ਰੂਮ ਨਹੀਂ ਰੱਖੇ ਸ਼ੈੱਡ ਨਹੀਂ ਲਾਏ ਰਾਈਟ ਫਿਰ ਲੋਕਾਂ ਨੇ ਜਾਣਾ ਕਿਉਂ ਉੱਥੇ ਐਂਡ ਲੋਕਾਂ ਦਾ ਬਸ ਇਹੀ ਮੰਗ ਇੱਕ ਸੀ ਕਿ ਬੈਂਚ ਲਓ ਹੁਣ ਕੱਲ੍ਹ ਅਸੀਂ ਇੱਕ ਪਾਰਕ ਦੇ ਵਿੱਚ ਮੈਂ ਗਿਆ ਸੀਗਾ ਤੇ ਉੱਥੇ ਬੜੀ ਅਫਸੋਸ ਦੀ ਗੱਲ ਆ ਕਿ ਸਾਡੇ ਬਜ਼ੁਰਗ ਥੱਲੇ ਬੈਠੇ ਗਰਾਊਂਡ ਦੇ ਇੱਕ ਬੈਂਚ ਸੀ 3 ਜਣੇ 4 ਜਣੇ ਉੱਥੇ ਬੈਠੇ ਬਾਕੀ ਥੱਲੇ ਬੈਠੇ ਕਿ ਜੇ ਅਸੀਂ ਆਪਣੇ ਬਜ਼ੁਰਗਾਂ ਦੀ ਸੇਵਾ ਨਹੀਂ ਕਰ ਸਕਦੇ ਰਾਈਟ ਵਾਟ ਕੈਨ ਵੀ ਡੂ ਟੇਕ ਕੇਅਰ ਨਹੀਂ ਕਰ ਸਕਦੇ ਰਾਈਟ ਬਿਲਕੁਲ ਤੇ ਉਹਨਾਂ ਦੀ ਟੇਕ ਕੇਅਰ ਨਹੀਂ ਕਰ ਸਕਦੇ ਦੈਟਸ ਹਾਊ ਵੀ ਜੱਜ ਅ ਸੋਸਾਇਟੀ ਕਿ ਤੁਸੀਂ ਆਪਣੇ ਸੀਨੀਅਰਸ ਨੂੰ ਕਿੱਦਾਂ ਤੁਸੀਂ ਹੈਂਡਲ ਕਰਦੇ ਆ ਤੇ ਸਾਨੂੰ ਬੜਾ ਅਫਸੋਸ ਮੈਨੂੰ ਬੜਾ ਅਫਸੋਸ ਹੋਇਆ ਕਿ ਕਰਕੇ ਸਾਡੇ ਬਜ਼ੁਰਗਾਂ ਨੇ ਸਾਨੂੰ ਪਾਲਿਆ ਰਾਈਟ ਵੀ ਨੋ ਕਿ ਕੀ ਉਹਨਾਂ ਦੀ ਰਿਸਪੈਕਟ ਕਿੱਦਾਂ ਕਰਨੀ ਆ ਤੇ ਜਦੋਂ ਅਸੀਂ ਗੱਲ ਵੀ ਕਰਦੇ ਉਹਨਾਂ ਨੂੰ ਕਿ ਤੁਸੀਂ ਮੰਗ ਕੀਤੀ ਆ ਕਹਿੰਦੇ ਅਸੀਂ ਮੰਗ ਕਈ ਸਾਲਾਂ ਤੋਂ ਕਰ ਰਹੇ ਆ ਕਿ ਸਾਨੂੰ ਬੈਂਚ ਲਵਾ ਦਿਓ ਰਾਈਟ ਤੇ ਉਧਰੋਂ ਜਵਾਬ ਆਉਂਦਾ ਕਿ ਦਿਸ ਨਾਟ ਪੋਸੀਬਲ ਕਿ ਸਿਟੀ ਦਾ ਐਡਮਿਨਿਸਟ੍ਰੇਸ਼ਨ ਦਾ ਇੱਕ ਬਿਆਨ ਹੈ ਕਿ ਬਸ ਤੁਸੀਂ 2 ਹੀ ਬੈਂਚ ਇੱਕ ਏਰੀਆ ਦੇ ਵਿੱਚ 1 ਸਾਲ ਦੇ ਵਿੱਚ ਲਵਾ ਸਕਦੇ ਆ ਅੱਛਾ ਜੀ ਸੋ ਅਸੀਂ ਆਪਣੀ ਰਿਸਰਚ ਕੀਤੀ ਚਲੋ ਇਹ ਜਵਾਬ ਆਇਆ ਤਾਂ ਅਸੀਂ ਕਿਹਾ ਕਿ ਠੀਕ ਹੈ ਲੈਟਸ ਡੂ ਆਰ ਰਿਸਰਚ ਕਿ ਇਹ ਜਿਹੜੀ ਪਾਲਿਸੀ ਆ ਠੀਕ ਹੈ ਇੱਕ ਤਰ੍ਹਾਂ ਦਾ ਇਹ ਇਕੁਅਲ ਪਾਲਿਸੀ ਆ ਕਿ ਹਰ ਏਰੀਆ ਦੇ ਵਿੱਚ ਪਰ ਜੇ ਤੁਸੀਂ ਰਿਸਰਚ ਪੜ੍ਹਦੇ ਆ ਰਿਸਰਚ ਦੇ ਵਿੱਚ ਕੀ ਨਿਕਲਦਾ ਕਿ ਜਿਹੜੇ ਮਾਈਨੋਰਿਟੀ ਕਮਿਊਨਿਟੀ ਆ ਇਹ ਪਾਰਕਾਂ ਨੂੰ ਡਿਫਰੈਂਟ ਤਰੀਕੇ ਨਾਲ ਯੂਜ਼ ਕਰਦੇ ਡਿਫਰੈਂਟ ਪਰਪਸ ਨਾਲ ਯੂਜ਼ ਕਰਦੇ ਆ ਇਟਸ ਨਾਟ ਜਸਟ ਕਿ ਤੁਸੀਂ ਉਹਦੇ ਵਿੱਚੋਂ ਤੁਰ ਕੇ ਜਾਣਾ ਆ ਇਨਫੈਕਟ ਉੱਥੇ ਤੁਸੀਂ ਸੋਸ਼ਲਾਈਜ਼ ਕਰਨਾ ਆ ਰਾਈਟ ਤੁਸੀਂ ਘਰਾਂ 'ਚ ਰਹਿੰਦੇ ਆ ਘਰ 'ਚ ਨਹੀਂ ਇਕੱਠੇ ਹੁੰਦੇ ਉਹ ਬਾਹਰ ਜਾ ਕੇ ਇਕੱਠੇ ਹੁੰਦੇ ਆ ਬਾਹਰ ਜਾ ਕੇ ਆਪਣੀ ਸੋਸ਼ਲਾਈਜੇਸ਼ਨ ਹੁੰਦੀ ਆ so that's a gathering place as a community and you have to treat it like that way so ਸਾਨੂੰ ਐਡਮਿਨਿਸਟ੍ਰੇਸ਼ਨ ਨੂੰ ਇੱਦਾਂ ਸਮਝਾਉਣਾ ਪੈਣਾ ਇੱਦਾਂ ਪਰਸੂਏਡ ਕਰਨਾ ਪੈਣਾ ਕਿ we have a different need than other communities right that policy ਜਿਹੜੀ ਤੁਸੀਂ ਹੁਣ ਲੈ ਆਏ ਆ ਕਿ 2 bench per area per year that's actually not equitable ਇਹਨੂੰ ਅਸੀਂ inequity ਕਹਿੰਦੇ ਆ right it might be equal all across it but it's not equitable because there's different needs so you have to be able to explain that that was one of the major ਜਿਹੜੇ ਮੁੱਦੇ ਆ ਤੇ ਅਸੀਂ ਹੈਰਾਨ ਆ ਕਿ ਕੱਲ ਐਡਮਿੰਟਨ ਜਰਨਲ ਦੇ ਵਿੱਚ ਐਡਮਿੰਟਨ ਜਰਨਲ ਨੇ ਡਿਫਾਈਨ ਕੀਤਾ ਕਿ ਉਹਨਾਂ ਨੇ ਪ੍ਰੋਫਾਈਲ ਕੀਤਾ ਪੂਰਾ ਏਰੀਆ ਦਾ ਐਸ ਇਲਾਕੇ ਦਾ ਵਾਰਡ 12 ਦਾ ਸਪਾਉਮਟਾਪੀ ਦਾ ਕਿ ਉਹਨਾਂ ਨੇ ਕਿਹਾ ਕਿ ਐਸ ਜਿਹੜਾ ਇਲੈਕਸ਼ਨ ਐਸ ਰਾਈਡਿੰਗ ਦੇ ਵਿੱਚ ਬਸ 2 ਹੀ ਮੁੱਦੇ ਆ ਜਿਹਦੇ ਉੱਪਰ ਲੋਕਾਂ ਨੇ ਆਪਣੇ ਸਵਾਲ ਤੇ ਬੈਲਟ ਬਾਕਸ ਦਾ ਕੀ ਸਵਾਲ ਆ ਉਹ ਹੈਗਾ ਕਿ ਬੰਗਾ ਸਾਹਿਬ ਦਾ ਰੈਕੋਰਡ ਤੇ ਦੂਜਾ ਸਵਾਲ ਹੈਗਾ ਪਾਰਕ ਬੈਂਚ ਸੋ ਆਈ ਵਾਸ ਅਮੇਜ਼ਡ ਐਂਡ ਇੰਪ੍ਰੈਸਡ ਬਿਕਾਜ਼ ਅਸੀਂ ਸਭ ਤੋਂ ਪਹਿਲਾਂ ਅਸੀਂ ਇਹ ਮੰਗ ਅਸੀਂ ਸੋਸ਼ਲ ਮੀਡੀਆ ਤੇ ਪਾਇਆ ਸੀ ਕਿ ਪਾਰਕ ਬੈਂਚਾਂ ਦੀ ਲੋੜ ਆ ਤੇ ਇਟਸ ਨਾਟ ਅ ਬਿਗ ਸਰਪ੍ਰਾਈਜ਼ ਕਿ ਬਾਕੀ ਜਿੰਨੇ ਵੀ ਕੈਂਡੀਡੇਟ ਖੜੇ ਨੇ ਉਹ ਸਾਰੇ ਸਾਨੂੰ ਫੋਲੋ ਕਰਨੇ ਨੇ ਅਸੀਂ ਫਿਰ ਆਪਣਾ ਮੇਪਲ ਜਿਹੜਾ ਉੱਥੇ ਮੁੱਦਾ ਆਉਂਦਾ ਕਿ ਟ੍ਰੇਨ ਕ੍ਰਾਸਿੰਗ ਦਾ ਜਿਹੜਾ ਮੇਨ ਇਸ਼ੂ ਆ ਉੱਥੇ ਰਾਈਟ ਅਸੀਂ ਵੀਡੀਓ ਪਾਈ ਸੀ ਸੋਸ਼ਲ ਮੀਡੀਆ ਤੇ ਉੱਪਰ ਐਂਡ ਅਗੇਨ no surprise ਜਿੰਨੇ ਬਾਕੀ ਕੈਂਡੀਡੇਟ ਖੜੇ ਆ ਉਹਨਾਂ ਨੇ ਸਾਰਿਆਂ ਨੇ ਕਾਪੀ ਕੀਤੀ ਆ ਕਿ ਹਾਂਜੀ ਆਹ ਮੁੱਦਾ ਆ ਜੀ ਸੋ ਜਿੱਥੇ ਵੀ ਅਸੀਂ ਮੁੱਦੇ ਉਠਾਈ ਜਾਂਦੇ ਆ ਉਹਨਾਂ ਬਾਕੀ ਕਾਪੀ ਕਰੀ ਜਾਂਦੇ ਆ ਇਨਫੈਕਟ ਤੁਸੀਂ ਜੇ ਉਹਨਾਂ ਦੀ ਜਿਹੜੀ ਲੈਂਗੁਏਜ ਆ ਜਿਹੜੇ ਬਿਆਨ ਆ ਉਹ ਬਿਲਕੁਲ ਵਰਡ ਫॉर ਵਰਡ ਕਾਪੀ ਆ ਸਾਡੇ and that is real leadership is when you're setting the agenda and so ਜਦੋਂ ਜਰਨਲ ਨੇ ਉਹ acknowledge ਕੀਤਾ ਕਿ ਇਹ ਅਸਲੀਅਤ ਹੈ ਕਿ ਇਹ ਮੇਨ ਮੁੱਦੇ ਨੇ ਇਸ ਏਰੀਆ ਦੇ ਵਿੱਚ ਇਸ ਸਮੇਂ ਦੇ ਵਿੱਚ it was a big confirmation ਕਿ ਜਿਹੜੀ ਸਾਡੀ ਕੈਂਪੇਨ ਹੈ we are hitting the right notes we know what the issues are and we know what the solutions are ਮੇਪਲ ਦੇ ਇਸ਼ੂ ਜਿਹੜੀ ਆਉਂਦੀ ਆ ਪਿਛਲੇ ਫੈਬਰੂਰੀ ਦੀ ਗੱਲ ਆ ਕਿ ਉੱਥੇ ਜਦੋਂ ਇੱਕ ਟ੍ਰੇਨ ਉੱਥੇ ਜਦੋਂ ਇੱਕ ਗੱਡੀ ਦੀ ਅੱਗ ਲੱਗੀ ਸੀ ਉੱਥੇ ਫਾਇਰ ਟਰੱਕ ਉੱਥੇ ਖੜ ਗਏ ਸੀ ਉੱਥੇ ਜਦੋਂ ਟ੍ਰੇਨ ਚੱਲਦੀ ਸੀ ਤੇ ਠੀਕ ਹੈ it was not okay it was okay situation contain ਹੋ ਗਿਆ ਸੀ ਪਰ it could have been catastrophic right town hall ਕਰਾਇਆ ਟਾਊਨ ਹਾਲ 'ਚੋਂ ਕੁਛ ਨਹੀਂ ਨਿਕਲਿਆ ਜਿਹੜੇ ਸਾਡੇ ਕਾਉਂਸਲਰ ਬੈਠੇ ਆ ਉਹਨਾਂ ਦਾ ਜਵਾਬ ਇਹੀ ਸੀਗਾ ਕਿ ਇਹ ਸਾਡੀ ਜੁਰਿਸਡਿਕਸ਼ਨ ਨਹੀਂ ਹੈਗੀ ਅਸੀਂ ਨਹੀਂ ਕੁਛ ਕਰ ਸਕਦੇ
ਅਪਰੂਵਲ ਤਾਂ ਤੁਸੀਂ ਦਿੱਤੀ ਆ ਰਾਈਟ, ਉਦੋਂ ਤਾਂ ਤੁਸੀਂ ਪੁੱਛ ਸਕਦੇ ਸੀ ਫਿਰ ਜਿਹੜੇ ਸਾਡੇ ਲੋਕਲ ਐਮਐਲਏ ਸੀ ਉਹਨਾਂ ਨੇ ਫਿਰ ਸਿਟੀ ਕਾਉਂਸਲ ਨੂੰ ਚਿੱਠੀ ਭੇਜੀ ਕਿ ਤੁਸੀਂ ਇਹ 'ਤੇ ਕੁਝ ਕਰੋ। ਐਂਡ ਦ ਥਿੰਗ ਇਜ਼ ਜਦੋਂ ਤੁਸੀਂ ਸਿਟੀ ਕਾਉਂਸਲਰ ਕਈ ਚੀਜ਼ ਤੁਹਾਡੇ ਹੱਥ 'ਚ ਨਹੀਂ ਹੈਗੀਆਂ ਪਰ ਤੁਹਾਡੇ ਕੋਲ ਆਵਾਜ਼ ਆ, ਤੁਹਾਡੇ ਕੋਲ ਇੱਕ ਪਲੇਟਫਾਰਮ ਆ, ਤੁਸੀਂ ਇੱਕ ਆਵਾਜ਼ ਉਠਾ ਸਕਦੇ ਆ, ਤੁਸੀਂ ਪ੍ਰੈਸ਼ਰ ਪਾ ਸਕਦੇ ਆ ਜਾਂ ਪ੍ਰੋਵਿੰਸ਼ਲ ਸਰਕਾਰ ਨੂੰ ਜਾ ਕੇ ਜਾਂ ਫੈਡਰਲ ਸਰਕਾਰ ਨੂੰ, ਪਰ ਉਹ ਤੁਹਾਡਾ ਕੰਮ ਹੈ ਕਿ ਤੁਸੀਂ ਕਿਸ ਤਰੀਕੇ ਦੇ ਨਾਲ ਬਾਕੀਆਂ ਨੂੰ ਜੋੜ ਕੇ ਇਦਾਂ ਦੇ ਮਸਲਿਆਂ ਦੇ ਹੱਲ ਕਰਨਾ ਰਾਈਟ। ਇਟਸ ਨਾਟ ਗੁੱਡ ਇਨਫ। ਇਸ ਕਰਕੇ ਜਦੋਂ ਅਸੀਂ ਆਪਣੀ ਕੈਂਪੇਨ ਸ਼ੁਰੂ ਕੀਤੀ ਸੀ ਇੱਕ ਸਲੋਗਨ ਰੱਖਿਆ ਸੀ ਡਿਮਾਂਡ ਬੈਟਰ। ਇਹਦਾ ਮਤਲਬ ਇਹੀ ਆ ਕਿ ਜੋ ਵੀ ਅਸੀਂ ਜਦੋਂ ਵੀ ਦੇਖਦੇ ਹਾਂ ਪੋਲੀਟੀਸ਼ੀਅਨਾਂ ਨੂੰ ਕਿ ਇਹਨਾਂ ਤੋਂ ਮੰਗਾਂ ਕਰੋ, ਆਪਣੀ ਜਿਹੜੀ ਕਮਿਊਨਿਟੀ ਦੇ ਫਾਇਦਾ ਲਈ, ਆਪਣੀ ਕਮਿਊਨਿਟੀ ਦੇ ਬੈਨੀਫਿਟ ਲਈ ਤੁਸੀਂ ਮੰਗ ਕਰੋ ਕਿ ਡੋਂਟ ਸ਼ਾਈ ਰਾਈਟ। ਇਦਾਂ ਨਾ ਕਰੋ ਕਿ ਵੋਟਾਂ ਅਸੀਂ ਕਿਸੇ ਰਿਲੇਸ਼ਨਸ਼ਿਪ ਕਰਕੇ ਜਾਂ ਅਸੀਂ ਆਪਣੀ ਕੋਈ ਪਾਈ ਬੰਦੇ ਕਰਕੇ ਵੋਟਾਂ ਪਾਉਣੀਆਂ। ਅਸੀਂ ਵੋਟਾਂ ਉਸ ਬੰਦੇ ਨੂੰ ਪਾਉਣੀਆਂ ਜਿਹੜੇ ਸਾਡੇ ਮਸਲਿਆਂ ਦੇ ਉੱਪਰ ਹੱਲ ਜਾਂ ਕੰਮ ਕਰੂਗੇ, ਸੋਲੂਸ਼ਨ ਦਿਓਗੇ ਤੇ ਉਹਨਾਂ ਕੋਲ ਐਕਸਪੀਰੀਅੰਸ ਹੈਗਾ ਕਿ ਕਰ ਸਕਦੇ ਆ ਰਾਈਟ, ਕਿ ਐਬਿਲਿਟੀ ਵੀ ਆ, ਕੈਪੇਬਿਲਿਟੀ ਵੀ ਆ। ਐਂਡ ਸੋ ਬਟ ਵੀ ਵਾਂਟ ਟੂ ਐਨਕਰੇਜ ਪੀਪਲ ਡੋਂਟ ਬੀ ਸ਼ਾਈ ਆਫ ਆਸਕਿੰਗ ਫॉर ਮੋਰ ਰਾਈਟ। ਡਿਊਰਿੰਗ ਪੋਲਿਟਿਕਸ ਹਰ 4 ਸਾਲ ਤੁਹਾਡੇ ਕੋਲ ਵੋਟਾਂ ਮੰਗਣ ਆਉਂਦੇ ਆ, ਉਹੀ ਤੁਹਾਨੂੰ ਮੁੜ ਕੇ ਪ੍ਰੋਮਿਸਾਂ ਉਹੀ ਕਰੀ ਜਾਂਦੇ ਆ। ਹੁਣ ਇਸ ਸਾਲ ਤੁਹਾਡੇ ਕੋਲ ਮੌਕਾ ਹੈਗਾ ਕਿ ਤੁਸੀਂ ਉਹਨਾਂ ਨੂੰ ਪੁਸ਼ ਕਰਨਾ ਹੈ ਕਿ ਸਾਨੂੰ ਹੋਰ ਫੈਸਿਲਿਟੀਆਂ ਦੀ ਲੋੜ ਆ, ਸਾਨੂੰ ਹੋਰ ਇੰਪਰੂਵਮੈਂਟਸ ਦੀ ਲੋੜ ਆ, ਤੇ ਤੁਸੀਂ ਬਿਲਕੁਲ ਉਹਨਾਂ ਨੂੰ ਪੁਸ਼ ਕਰੋ ਕਿ ਤੁਸੀਂ ਸਾਡੇ ਲਈ ਕੰਮ ਕੀ ਕੀਤੇ ਆ ਪਿਛਲੇ 6 ਸਾਲਾਂ 'ਚ। ਹਰਮਨ ਜੀ ਇੱਥੇ ਬ੍ਰੇਕ ਦਾ ਸਮਾਂ ਹੋ ਚੁੱਕਿਆ। ਬ੍ਰੇਕ ਤੋਂ ਬਾਅਦ ਕੁਝ ਹੋਰ ਸਵਾਲ ਨੇ ਤੁਹਾਡੇ ਕੋਲ ਪੁੱਛਾਂਗੇ, ਤਿੱਖੇ ਵੀ ਨੇ ਤੇ ਹੋਰ ਵੀ ਸਵਾਲ ਨੇ। ਤੁਸੀਂ ਦੇਖਦੇ ਰਹਿਣਾ ਜੀ ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ। ਜਲਦ ਹਾਜ਼ਰ ਹੁੰਦੇ ਹਾਂ। ਪ੍ਰੋਗਰਾਮ ਬਿਯੋਂਡ ਦੀ ਹੈਡਲਾਈਨਸ ਦੇ ਵਿੱਚ ਬ੍ਰੇਕ ਤੋਂ ਬਾਅਦ ਆਪ ਜੀ ਦਾ ਫਿਰ ਤੋਂ ਸਵਾਗਤ ਹੈ ਜੀ। ਔਰ ਸਾਡੀ ਗੱਲਬਾਤ ਚੱਲ ਰਹੀ ਹੈ ਜੀ ਵਾਰਡ ਸਪੋਮੀ ਟੈਪੀ ਤੋਂ ਕਾਉਂਸਲਰ ਦੇ ਤੌਰ ਤੇ ਇਲੈਕਸ਼ਨ ਲੜਨ ਜਾ ਰਹੇ ਨੇ ਮਿਸਟਰ ਹਰਮਨ ਖੰਦੋਲਾ। ਹਰਮਨ ਜੀ ਨੋ ਡਾਊਟ ਇਸ ਵਾਰਡ ਦਾ ਜਿਹੜਾ ਨਾਮ ਆ ਬਦਲ ਕੇ ਰੱਖਿਆ ਗਿਆ ਸਪੋਮੀ ਟੈਪੀ, ਜਿਸ ਦਾ ਜਿਹੜਾ ਮਤਲਬ ਆ ਉਹ ਵੀ ਹੈਗਾ ਸਟਾਰ ਪਰਸਨ। ਸੋ ਆਈ ਬਿਲੀਵ ਇਸ ਵਾਰਡ ਦੇ ਜਿਹੜੇ ਰੈਜ਼ੀਡੈਂਟ ਨੇ ਉਹ ਸਟਾਰ ਪਰਸਨ ਲੱਭ ਰਹੇ ਨੇ। ਔਰ ਜਿਵੇਂ ਤੁਸੀਂ ਸਭ ਤੋਂ ਵੱਡਾ ਮੁੱਦਾ ਉਠਾਇਆ ਹੋਇਆ ਵਾ, ਇੱਕ ਸਲੋਗਨ ਦਿੱਤਾ ਹੋਇਆ ਡਿਮਾਂਡ ਬੈਟਰ। ਸੋ ਯੂ ਆਰ ਆਸਕਿੰਗ ਫॉर ਐਵਰੀਥਿੰਗ। ਜਿਵੇਂ ਤੁਸੀਂ ਜ਼ਿਕਰ ਕੀਤਾ ਨਾ ਬੈਂਚਸ ਵਾਲੀ ਗੱਲ ਦੀ, ਇਹ ਨੋ ਡਾਊਟ ਐਡਮਿਨਿਸਟ੍ਰੇਟਿਵ ਜਰਨਲ ਦੇ ਵਿੱਚ ਛਪਿਆ। ਉਹਨਾਂ ਨੇ ਬੜਾ ਵਧੀਆ ਇੱਕ ਸਵਾਲ ਉੱਥੇ ਖੜਾ ਕੀਤਾ ਕਿ ਵਾਈ ਪਾਰਕ ਬੈਂਚਸ ਆਰ ਅ ਬਿਗ ਇਸ਼ੂ ਇਨ ਦਿਸ ਸਾਊਥ ਈਸਟ ਐਡਮਿੰਟਨ। ਸੋ ਉਹ ਵੀ ਇੱਕ ਬੜਾ ਤਗੜਾ ਮੁੱਦਾ ਵਾ। ਜਿਹੜਾ ਤੁਸੀਂ ਗੱਲ ਕੀਤੀ ਸੀਗੀ ਮੇਪਲ ਕ੍ਰੈਸਟ ਦੇ ਵਿੱਚ ਟ੍ਰੇਨ ਟਰੈਕ ਦੀ, ਉਹ ਮੁੱਦਾ ਜੀ ਅਸੀਂ ਵੀ ਜਸਵੀਰ ਦੇ ਹੋਣਾ ਕੋਲ ਸਭ ਤੋਂ ਪਹਿਲਾਂ ਅਸੀਂ ਚੁੱਕਿਆ ਸੀ। ਫਿਰ ਅਸੀਂ ਇਹ ਮੁੱਦਾ ਜਿਹੜਾ ਅਸੀਂ ਮੋਹ ਬੰਗਾ ਹੋਣਾ ਕੋਲੋਂ ਵੀ ਚੁੱਕਿਆ ਸੀਗਾ ਅਜੇ ਵੀ, ਪਰ ਮੈਨੂੰ ਲੱਗਦਾ ਵੀ ਇਸ ਸਮੱਸਿਆ ਦਾ ਕੋਈ ਹੱਲ ਨਹੀਂ ਆਇਆ। ਤੁਸੀਂ ਕੀ ਸੋਚਦੇ ਵੀ ਕੀ ਹੱਲ ਕੀਤਾ ਜਾ ਸਕਦਾ ਇਹਦਾ? ਸੋ ਇਹ ਜਿਹੜਾ ਮੁੱਦਾ ਆ obviously ਜਦੋਂ ਵੀ ਸਿਟੀ ਨੇ ਪਹਿਲਾਂ ਡਿਵੈਲਪਮੈਂਟ ਨੂੰ ਅਪਰੂਵ ਕੀਤਾ ਸੀ ਰਾਈਟ, ਦਿਸ ਵਾਸ ਵੈਟਲੈਂਡਸ ਜੀ, ਤੇ ਉਹਨਾਂ ਨੂੰ ਪਤਾ ਸੀਗਾ ਕਿ ਇੱਥੇ ਜਿਹੜਾ ਪਹਿਲਾਂ ਤੋਂ ਜਦੋਂ ਡਿਵੈਲਪਰ ਨੇ ਫੇਜ਼ ਬਾਈ ਫੇਜ਼ ਆਪਣਾ ਬਣਾਉਣਾ ਸੀ ਕਿ ਇੱਥੇ ਇੱਕ ਹੀ ਐਕਸੈਸ ਹੋਣੀ ਸੀ ਐਟ ਦ ਬਿਗਿਨਿੰਗ। ਸੋ ਉਹਨਾਂ ਦਾ ਹੁਣ ਜਿਹੜਾ ਰਾਈਟ ਨਾਓ ਅਗਲੇ ਜਾਂ ਇਸ ਸਾਲ ਦੇ ਐਂਡ ਤੱਕ ਜਾਂ ਅਗਲੇ ਸਾਲ ਤੱਕ ਜਿਹੜੀ ਸੈਕੰਡ ਐਕਸੈਸ ਹੈ ਉਹ ਖੁੱਲ੍ਹ ਜਾਣੀ ਹੈ। except the thing is ਕਿ ਉੱਥੇ ਵੀ ਟ੍ਰੇਨ right, so ਲੋਕੀ there will be ਥੋੜ੍ਹਾ ਜਿਹਾ ਫਰਕ ਕਿ ਸਮਾਂ ਇੱਦਾਂ ਵੀ ਹੋ ਸਕਦਾ ਜਿਹੜੇ ਦੋਨੋਂ ਜਿਹੜੇ ਐਕਸੈਸ ਹੈ ਉਹ ਬੰਦ ਹੋ ਸਕਦੇ ਆ। ਪਰ ਸਾਨੂੰ ਇੱਕ ਪ੍ਰੋਵਿੰਸ਼ੀਅਲ ਸਰਕਾਰ ਨੂੰ ਤੇ ਨਾਲ ਰਲ ਕੇ ਸਾਨੂੰ ਐਕਸੈਸ ਜਿਹੜਾ ਹੈਂਡੇ ਦੇ ਉੱਪਰੋਂ ਸਾਨੂੰ ਇੱਕ ਵਧਾਉਣਾ ਪੈਣਾ ਹੈ ਰਾਈਟ। ਹੁਣ ਕਈ ਲੋਕਾਂ ਨੇ ਇਹ ਵੀ ਦੇਖਿਆ ਕਿ ਸਾਊਥ ਵੈਸਟ ਦੇ ਵਿੱਚ ਜਦੋਂ ਉਹਨਾਂ ਨੇ ਜਿਹੜਾ 128 ਸਟਰੀਟ ਅਬਾਊਟ ਉੱਥੇ ਜਿੱਥੇ ਨਵਾਂ ETS ਦਾ ਬੱਸ ਸ਼ੈਲਟਰ ਆ ਕਿ ਉੱਥੇ ਔਨ ਆਫ ਰੈਂਪ ਬਣਾਇਆ ਆ and that alleviates a lot of the congestion and traffic ਉਸ ਏਰੀਆ ਦੇ ਵਿੱਚ। ਉਸ ਤੋਂ ਪਹਿਲਾਂ ਬੜੀ ਟ੍ਰੈਫਿਕ ਉੱਥੇ ਬਣਦੀ ਹੁੰਦੀ ਸੀ along Ellerslie Road onto either 111th or onto Rabbit Hill Road। ਸੋ ਜੇ ਅਸੀਂ ਉਸ ਤਰੀਕੇ ਦੇ ਨਾਲ ਅਸੀਂ ਪ੍ਰੋਵਿੰਸ਼ੀਅਲ ਸਰਕਾਰ ਦੇ ਨਾਲ ਰਲ ਕੇ ਅਸੀਂ ਉਹਦਾ ਇੱਦਾਂ ਦਾ ਹੱਲ ਬਣਾਈਏ ਕਿ ਜਿਹੜਾ ਹੈਂਡੇ ਆ ਤੇ ਉਹਦੇ ਨਾਲ ਅਸੀਂ ਇੱਕ ਔਨ ਆਫ ਕਰਕੇ ਬ੍ਰਿਜ ਤਾਂ ਆਲਰੇਡੀ ਹੈਗਾ ਉੱਥੇ ਰਾਈਟ, ਦੈਟ ਬ੍ਰਿਜ ਇਨਫਰਾਸਟ੍ਰਕਚਰ ਇਜ਼ ਆਲਰੇਡੀ ਦੇਅਰ। ਐਕਸੈਸ ਦੀ ਲੋੜ ਆ ਪਰ ਉਸ ਪ੍ਰੋਵਿੰਸ਼ੀਅਲ ਸਰਕਾਰ ਦੇ ਅੰਡਰ ਜੁਰਿਸਡਿਕਸ਼ਨ ਆਉਂਦੀ ਆ। ਪਰ ਸਿਟੀ ਕਾਉਂਸਲ ਜਿਹੜਾ ਜੋ ਵੀ ਬਣੂਗਾ ਸਾਊਥ ਈਸਟ, ਉਹਦਾ ਕੰਮ ਇਹੀ ਆ ਕਿ ਤੁਸੀਂ ਉਹਨਾਂ ਨੂੰ ਅਪਰੋਚ ਕਰਕੇ ਤੁਸੀਂ ਆਪਣੀ ਜੋ ਮੰਗ ਆ ਕਿ ਉਹਨਾਂ ਦੇ ਸਾਹਮਣੇ ਕਰੋ ਤੇ ਉਹਨਾਂ ਨੂੰ ਪਰਸੂਏਡ ਕਰਨਾ ਆ ਰਾਈਟ। ਜਿਸ ਤਰੀਕੇ ਦੇ ਨਾਲ ਕਰਨਾ, ਜਿਸ ਤਰੀਕੇ ਨਾਲ ਸਟ੍ਰੈਟਜੀ ਬਣਾਉਣੀ ਆ, ਉਹ ਤੁਹਾਡਾ ਕੰਮ ਆ। ਤੁਸੀਂ ਆਪਣੀ ਸਟ੍ਰੈਟਜੀ ਬਣਾ ਕੇ ਕਰਕੇ ਜਿੰਨਾ ਵੀ ਮੇਪਲ ਜਦੋਂ ਵੀ ਬਣੀ ਜਾਣਾ ਉਨਾ ਵੱਧ ਇਹ ਜੋ ਮਸਲਾ ਹੈ ਉਹ ਵੱਧ ਪ੍ਰੋਬਲਮ ਉਹ ਵਧੀ ਜਾਣੀ ਹੈ ਰਾਈਟ। ਇਟਸ
it's not going to solve itself. Definitely. Right? ਤੋ ਕੰਡੋਲਾ ਸਾਹਿਬ ਅੱਜ ਜਿਹੜਾ ਦਿਨ ਹੈਗਾ ਬੜਾ ਸਪੈਸ਼ਲ ਆ, That's right. ਨੈਸ਼ਨਲ ਡੇ ਫॉर ਟਰੂਥ ਐਂਡ ਰੀਕਨਸੀਲੀਏਸ਼ਨ। That's right. ਐਵਰੀਬਡੀ ਨੋਜ਼ ਕਿ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਜਿਹੜੇ ਪਿੰਜਰ ਮਿਲੇ ਨੇ, ਕੰਕਾਲ ਮਿਲੇ ਨੇ, ਚਾਹੇ ਉਹ ਕੈਮਲੂਪਸ ਦੀ ਗੱਲ ਕਰ ਲਈਏ, ਸਸਕੈਚੁਅਨ ਦੇ ਜਿਹੜੇ ਰੈਜ਼ੀਡੈਂਸ਼ੀਅਲ ਸਕੂਲਸ ਦੀ ਉਹਦੀ ਗੱਲ ਕਰ ਲਈਏ, ਤੇ ਉਹਦੇ ਪ੍ਰਤੀ ਜਿਹੜਾ ਇੱਕ ਦੁੱਖ ਆ, ਇੱਕ ਉਹ ਸਾਰੇ ਦੇਸ਼ ਦੇ ਵਿੱਚ ਅੱਜ ਜਿਹੜਾ ਵਾ ਉਹ ਓਬਜ਼ਰਵ ਕੀਤਾ ਜਾ ਰਿਹਾ। ਇਸ ਉੱਪਰ ਕੀ ਕਹਿਣਾ ਚਾਹੋਗੇ? ਜਿਹੜੀ ਸਪੈਸ਼ਲੀ ਸਾਡੀ ਕਮਿਊਨਿਟੀ ਲਈ ਇਹ ਸਾਨੂੰ ਰਿਫਲੈਕਟ ਕਰਨਾ ਚਾਹੀਦਾ ਆ ਐਜ਼ ਅ ਸੈਟਲਰ ਪੀਪਲ, ਰਾਈਟ? ਕਿ ਐਜ਼ ਅ ਸੈਟਲਰ ਪੀਪਲ we have to understand our relationship with the indigenous people of this country, right? ਤੇ ਜਿੰਨੇ ਅਸੀਂ ਲੋਕਾਂ ਨੂੰ ਹੁਣ ਬੜਾ ਪਤਾ ਲੱਗਿਆ ਕਿ ਹੁਣ ਇੰਡੀਜਨਸ ਲੋਕਾਂ ਨਾਲ ਕੀ ਹੋਇਆ ਸੀ, ਰੈਜ਼ੀਡੈਂਸ਼ੀਅਲ ਸਕੂਲਸ ਦੀ ਕੀ ਸੱਚ ਸੀ, and what happened ਕਿ ਹਿਸਟਰੀ ਤਾਂ ਹੁਣ ਪਤਾ ਆ, and it's very shameful for this country, right? ਤੇ ਬਹੁਤ ਵਧੀਆ ਉਪਰਾਲਾ ਹੈ ਕਿ ਸਾਡੇ ਬੱਚਿਆਂ ਦੇ ਹੁਣ ਸਕੂਲਾਂ ਦੇ ਵਿੱਚ ਪੜ੍ਹਾਇਆ ਜਾਂਦਾ ਆ ਕਿ ਕੀ ਹੋਇਆ ਸੀ, ਰੈਜ਼ੀਡੈਂਸ਼ੀਅਲ ਸਕੂਲਾਂ 'ਚ ਕੀ ਹੋਇਆ ਸੀ। ਐਂਡ ਆਈ ਥਿੰਕ ਇਟਸ ਵਨ ਆਫ ਦੋਸ ਥਿੰਗਸ ਕਿ ਸਾਨੂੰ ਰਿਫਲੈਕਟ ਕਰਨਾ ਚਾਹੀਦਾ। ਸਾਡੇ ਵੈਬਸਾਈਟ ਦੇ ਉੱਪਰ, ਸਾਡੇ ਪਲੇਟਫਾਰਮ ਦੇ ਵਿੱਚ ਅਸੀਂ ਕਮਿਟਮੈਂਟ ਕੀਤੀ ਸੀ ਕਿ ਜਿਹੜੀ ਟਰੂਥ ਐਂਡ ਰੈਕਨਸੀਲੀਏਸ਼ਨ ਕਮਿਸ਼ਨ ਸੀ, ਜਿਹੜੇ ਉਹਦੇ ਰეკਮੈਂਡੇਸ਼ਨ ਸੀ, ਕਿ ਉਹਦੀ ਇੰਪਲੀਮੈਂਟੇਸ਼ਨ ਕਰਨ ਲਈ ਅਸੀਂ ਤਿਆਰ ਹਾਂ ਕਿ ਜਿੰਨਾ ਅਸੀਂ ਐਜ਼ ਅ ਸਿਟੀ ਕਾਊਂਸਲ ਕਰ ਸਕਦੇ ਹਾਂ ਅਸੀਂ ਕਰੂੰਗੇ, ਤੇ ਅਸੀਂ ਇਸ ਚੀਜ਼ ਦਾ ਇੰਪਲੀਮੈਂਟੇਸ਼ਨ ਕਰਨਾ ਚਾਹੀਦਾ ਆ, ਕਰਕੇ ਜਿਹੜੇ ਇਹ ਹਿਸਟੋਰੀਕਲ ਰੋਂਗਸ ਆ ਕਿ ਇਹਨਾਂ ਨੂੰ ਸਹੀ ਕਰਨਾ ਇੱਕ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਐਜ਼ ਅ ਸੈਟਲਰ ਲੋਕ ਇੱਥੇ, ਰਾਈਟ? ਇਫ ਵੀ ਵਾਂਟ ਟੂ ਲਿਵ ਇਨ ਹਾਰਮਨੀ ਵਿਦ ਇੰਡੀਜਨਸ ਪੀਪਲ, ਵੀ ਨੀਡ ਟੂ ਡੂ ਦ ਵਰਕ। ਉਹ ਸਾਨੂੰ ਕੰਮ ਕਰਨਾ ਚਾਹੀਦਾ ਆ, ਆਪਣੇ ਆਪ ਨੂੰ ਐਜੂਕੇਟ ਵੀ ਕਰਨਾ ਚਾਹੀਦਾ ਆ ਕਿ ਅਸੀਂ ਪਿਛਲੇ ਮਹੀਨਿਆਂ ਦੇ ਵਿੱਚ ਜਦੋਂ ਇਹ ਕੈਮਲੂ ਵਿੱਚ ਜਦੋਂ ਜਿਹੜੀ, ਤੇ ਕਈ ਵਾਰੀ ਸਾਨੂੰ ਇਹੀ ਦੁੱਖ ਲੱਗਦਾ ਹੈ ਕਿ ਕਈ ਹੋਰ ਸ਼ਹਿਰਾਂ ਨੂੰ ਉਹੀ ਮਸਲੇ ਨੇ, ਉਹੀ ਚੀਜ਼ ਮੁੱਦਿਆਂ ਨੇ, ਪਰ ਅਸੀਂ ਉਸ ਚੀਜ਼ ਨੂੰ ਕਿਉਂ ਨਹੀਂ ਸਟੱਡੀ ਕਰਦੇ, ਕਿਉਂ ਨਹੀਂ ਜਾ ਕੇ ਦੇਖ ਰਹੇ ਕਿ ਤੁਸੀਂ ਕਿੱਦਾਂ ਉਸ ਚੀਜ਼ ਦੇ ਉੱਪਰ ਸੋਲੂਸ਼ਨ ਲੱਭਿਆ। ਇੰਸਟੈਡ ਅਸੀਂ ਬਸ ਆਪਣਾ ਮੱਥਾ ਮਾਰੀ ਜਾਂਦੇ ਆ ਕਿ ਸਾਡੇ ਕੋਈ ਕਰੇ, but we have the solutions available to us, we just have to do those things. ਬਿਲਕੁਲ ਜੀ, ਜਸਟ ਲਾਇਸੈਂਸ ਦੇ ਕੇ ਵੀ ਜਾਓ ਭਾਈ ਚਲਾਓ, ਉਹਨਾਂ ਨੂੰ ਫ੍ਰੀ ਛੱਡ ਦੇਣਾ, ਦੈਟਸ ਨਾਟ ਦੀ ਸੋਲੂਸ਼ਨ ਆਫ ਦੀ ਪ੍ਰੋਬਲਮ। ਹੁਣ ਗੱਲਬਾਤ ਕਰ ਰਹੇ ਨੇ ਜੀ ਰੋਡਸ ਦੀ, ਕੰਸਟਰਕਸ਼ਨ ਦੀ। ਇਹ ਵੀ ਬਹੁਤ ਵੱਡਾ ਮੁੱਦਾ ਵਾ, ਮੈਂ ਹਰ ਬੰਦੇ ਨਾਲ ਇਹ ਚੱਕਦਾ ਜੀ ਕਿ ਜਿਹੜੀ ਕੰਸਟਰਕਸ਼ਨ ਹੈ, ਖਾਸ ਕਰਕੇ ਐਡਮਿੰਟਨ ਸ਼ਹਿਰ ਦੇ ਵਿੱਚ, ਆਪਾਂ ਹੋਰ ਵੀ ਸ਼ਹਿਰਾਂ ਦੀ ਗੱਲਬਾਤ ਕਰ ਸਕਦੇ ਹਾਂ, ਸਰੀ ਦੀ ਗੱਲ ਕਰ ਲਓ ਜਾਂ ਕੈਲਗਰੀ ਦੀ ਕਰ ਲਓ, ਇੰਨਾ ਬੁਰਾ ਹਾਲ ਨਹੀਂ ਹੁੰਦਾ ਕੰਸਟਰਕਸ਼ਨ ਦੀ ਪਲੈਨਿੰਗ ਨੂੰ ਲੈ ਕੇ। ਸਾਰੇ ਦਾ ਸਾਰਾ ਸ਼ਹਿਰ ਇੱਕੋ ਟਾਈਮ 'ਤੇ ਪੁੱਟ ਦਿੱਤਾ ਜਾਂਦਾ। ਈਵਨ ਤੁਹਾਨੂੰ ਅਗਰ ਵਾਈਟ ਐਪ ਤੋਂ ਡਾਊਨਟਾਊਨ ਜਾਣਾ ਤੇ ਕਈ ਵਾਰੀ ਅੱਧਾ ਘੰਟਾ ਲੱਗ ਜਾਂਦਾ। So do you think that we need proper planning and proper execution for that? Yeah, ਕਿਸੇ ਨੇ ਨਹੀਂ ਕਹਿਣਾ ਕਿ no. So everybody's going to say yes, we need proper planning and proper support. But main ਗੱਲ ਆਉਂਦੀ ਆ ਕਿ ਕਈ ਪ੍ਰੋਜੈਕਟ ਹੁਣ ਚੱਲ ਰਹੇ ਨੇ ਸ਼ਹਿਰ ਦੇ ਵਿੱਚ। ਤੁਹਾਡਾ ਜਿਹੜਾ ਹੁਣ ਕਹਿਣ ਦਾ ਕਿ ਸਾਨੂੰ ਇੱਕ we need to scheduling, timing। ਮੈਨੂੰ ਯਾਦ ਆ ਕਿ ਜਦੋਂ ਸਾਡੇ ਇੱਕ ਮੇਅਰ ਹੁੰਦੇ ਸੀ ਸਟੀਵਨ ਮੈਂਡਲ, ਉਦੋਂ ਸਾਡੀ ਜਿਹੜੀ ਕੁਇਨਲ ਬ੍ਰਿਜ ਸੀ ਉਹਦੀ ਐਕਸਪੈਂਸ਼ਨ ਚੱਲ ਰਹੀ ਸੀ ਜੀ, ਤੇ ਰੋਜ਼ ਉਹਨਾਂ ਨੇ ਇੱਕ ਲੇਨ ਬੰਦ ਰੱਖਣਾ ਹੁੰਦਾ ਸੀ, ਜੇ ਕੰਮ ਹੁੰਦਾ ਨਹੀਂ ਹੁੰਦਾ ਲੇਨ ਬੰਦ ਹੁੰਦੀ ਸੀ। ਤੇ ਉਹਨਾਂ ਨੇ ਉਸ ਟਾਈਮ ਤੇ ਇੰਨਾ ਪ੍ਰੈਸ਼ਰ ਪਾ ਕੇ ਉਹ ਲੇਨ ਜਦੋਂ ਕੰਮ ਨਹੀਂ ਹੁੰਦਾ ਸੀ, ਜਦੋਂ ਰਸ਼ ਆਵਰ ਸੀ, ਉਹ ਲੇਨ ਖੋਲ ਦਿੰਦੇ ਸੀ। ਉਹਦੇ ਨਾਲ ਸਾਰਾ ਟ੍ਰੈਫਿਕ ਬੜਾ ਈਜ਼ੀਲੀ ਚੱਲਦਾ ਸੀਗਾ। ਤੁਹਾਨੂੰ ਇਦਾਂ ਦੇ ਪ੍ਰੈਕਟੀਕਲ ਕਾਉਂਸਲਰ ਚਾਹੀਦੇ ਜਿਹੜੇ ਇਸ ਚੀਜ਼ ਨੂੰ ਦੇਖ ਕੇ ਕਹਿ ਸਕਦੇ ਕਿ ਜੇ ਇੱਥੇ ਕੋਈ ਕੰਮ ਨਹੀਂ ਕਰ ਰਿਹਾ ਤੁਸੀਂ ਲੇਨ ਖੋਲ ਦਿਓ। ਬਿਲਕੁਲ। ਜਾਂ ਤੁਸੀਂ ਉਸ ਸਮੇਂ ਲਈ ਜਿੰਨਾ ਰਸ਼ ਆਵਰ ਹੁੰਦਾ, ਕਰਕੇ ਰਸ਼ ਆਵਰ ਸਾਡਾ ਬਹੁਤ ਘੱਟ ਹੁੰਦਾ। ਬਿਲਕੁਲ। ਸਾਡਾ ਤਾਂ ਬੜਾ ਲਿਮਿਟਿਡ ਸਮਾਂ ਹੁੰਦਾ, 10 ਤੋਂ ਸ਼ਾਮ ਨੂੰ 4 ਤੋਂ 6। ਦੈਟਸ ਅਬਾਊਟ ਇਟ। ਬਿਲਕੁਲ। ਤੇ ਉਸ ਸਮੇਂ ਦੇ ਵਿੱਚ ਤੁਸੀਂ ਨਾ ਕੰਸਟਰਕਸ਼ਨ ਕਰੋ, ਤੁਸੀਂ ਜਿਹੜੇ ਵਿਚਕਾਰਲੇ ਟਾਈਮ ਹੁੰਦੇ ਆ ਉਦੋਂ ਕਰ ਲਓ। ਬਿਲਕੁਲ, ਰਾਈਟ। ਉਸ ਦੇ ਨਾਲ ਜਿਹੜੇ ਲੋਕਾਂ ਦੀ ਕਮਿਊਟ ਆ, ਕਰਕੇ ਜਿਹੜਾ ਕਮਿਊਟਿੰਗ ਹੁੰਦਾ ਆ, ਜਿਹੜਾ ਤੁਸੀਂ ਗੱਡੀ ਦੇ ਵਿੱਚ ਟਾਈਮ ਸਪੈਂਡ ਕਰਦੇ ਆ, ਇਟਸ ਐਕਚੁਅਲੀ ਵੈਰੀ ਬੈਡ ਫॉर ਯੂਰ ਹੈਲਥ। ਡੈਫੀਨਿਟਲੀ, ਰਾਈਟ। ਜਿਹੜਾ ਕੁਆਲਿਟੀ ਆਫ ਲਾਈਫ ਆ, ਜਿੰਨਾ ਜ਼ਿਆਦਾ ਤੁਹਾਡਾ ਕਮਿਊਟ ਬਣਦਾ, ਉਨਾ ਤੁਹਾਡਾ ਕੁਆਲਿਟੀ ਆਫ ਲਾਈਫ ਘਟਦੀ ਆ। ਤੁਸੀਂ ਟੋਰਾਂਟੋ ਜਾਓ, ਜਿਹੜੇ ਲੋਕਾਂ ਨੂੰ ਕਮਿਊਟ ਕਰਨਾ ਪੈਂਦਾ ਆ, the quality of life is actually a lot lower, right? ਜੇ ਅਸੀਂ ਆਪਣੀ ਕੁਆਲਿਟੀ ਆਫ ਲਾਈਫ ਐਡਮਿੰਟਨ ਸ਼ਹਿਰ ਦੇ ਵਿੱਚ ਅਸੀਂ ਅਪ ਰੱਖਣਾ ਚਾਹੁੰਦੇ ਆ, ਅਸੀਂ ਜਿਹੜਾ ਕਮਿਊਟ ਆ ਉਸ ਟਾਈਮ ਨੂੰ ਅਸੀਂ ਘਟਾਉਣਾ ਪੈਣਾ ਹੈ ਜੀ। ਤੇ ਕਿੱਦਾਂ ਘਟ ਸਕਦੇ ਆ ਕਿ ਜਿੱਥੇ ਵੀ ਇਦਾਂ ਕੰਸਟਰਕਸ਼ਨ ਦੀ ਕੋਈ ਵੀ ਇਸ਼ੂ ਆਉਂਦਾ ਕਿ ਲੈਟਸ ਵਰਕ ਟੂ ਮੇਕ ਸ਼ੋਰ ਵੀ ਕੈਨ ਕੱਟ ਦ ਕਮਿਊਟ ਟਾਈਮ। That's the best way to do it. So 100% ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਸਾਨੂੰ ਪਲੈਨਿੰਗ ਕਰਨੀ ਪੈਂਦੀ ਆ, ਪਰ ਸਾਨੂੰ ਉਸ ਚੀਜ਼ ਨਾਲ ਸੋਚਣਾ ਚਾਹੀਦਾ ਕਿ ਅਸੀਂ ਲੋਕਾਂ ਦੀ ਕੁਆਲਿਟੀ ਆਫ ਲਾਈਫ ਕਿੱਦਾਂ ਵਧਾਉਣਾ ਆ। That's the real thing, that's the real motive ਅਸੀਂ ਕਿਉਂ ਕਰ ਰਹੇ ਹਾਂ। ਤੇ ਇਹ ਚੀਜ਼ਾਂ ਕਈ ਵਾਰੀ ਆਉਂਦੀਆਂ ਕਿ
ਹੁਣ ਜਦੋਂ ਅਸੀਂ ਬਿਜ਼ਨਸ ਨਾਲ ਗੱਲ ਕਰਦੇ ਆ, ਬਿਜ਼ਨਸ ਕਹਿੰਦੇ ਆ ਕਿ ਸਾਨੂੰ ਪਰਮਿਟਿੰਗ ਟਾਈਮ ਬਹੁਤ ਲੱਗਦਾ ਜੇ ਅਸੀਂ ਘਰ ਬਣਾਉਣਾ ਜਾਂ ਕੋਈ ਕਰਨਾ ਆ। ਇਹ ਇੱਕ ਬਹੁਤ ਵੱਡਾ ਮਸਲਾ ਆ ਬਿਜ਼ਨਸ ਲਈ, red tapeism, but in particular permitting, there's other issues too, inspections ਜੋ ਵੀ ਆ, ਪਰ permitting ਦੇ ਉੱਪਰ ਤੇ ਅਸੀਂ ਜਦੋਂ ਅਸੀਂ ਸਾਡੇ ਕੋਲ ਆਏ, ਅਸੀਂ I told them permitting issue is not just a business issue, right? Permitting issue ਹੁੰਦਾ ਹੈ ਕਿ ਜਿੰਨਾ ਛੇਤੀ ਇੱਕ permit issue ਹੁੰਦਾ ਹੈ, ਉਨਾ ਛੇਤੀ ਕੋਈ ਟ੍ਰੇਡਸ ਬੰਦਾ ਦਾ ਜੌਬ ਮਿਲਦੀ ਆ, ਉਹਨਾਂ ਛੇਤੀ ਪਲੰਬਰ ਕੰਮ ਕਰ ਸਕਦਾ, ਟੈਕਸ ਆ ਸਕਦਾ, ਉਹਨਾਂ ਛੇਤੀ ਇੱਕ ਪਰਿਵਾਰ ਨੂੰ ਇੱਕ ਘਰ ਮਿਲ ਸਕਦਾ ਆ, ਰਾਈਟ, ਇੱਕ ਵਧੀਆ ਪ੍ਰਾਈਸ ਤੇ ਮਿਲ ਸਕਦਾ ਹੈ। ਸੋ ਯੂ ਹੈਵ ਟੂ ਲੁੱਕ ਐਟ ਅ ਪਰਮਿਟ ਨਾਟ ਐਜ਼ ਜਸਟ ਏ ਬਿਜ਼ਨਸ ਟੂਲ, ਯੂ ਹੈਵ ਟੂ ਲੁੱਕ ਐਟ ਅ ਪਰਮਿਟ ਐਜ਼ ਅ ਗੁੱਡ ਕੁਆਲਿਟੀ ਜੌਬ, ਐਜ਼ ਅ ਚੀਪਰ ਹਾਊਸ, ਰਾਈਟ। ਉਸ ਤਰੀਕੇ ਨਾਲ ਜੇ ਤੁਸੀਂ ਪ੍ਰੈਜ਼ੈਂਟ ਕਰਦੇ ਆ ਸਿਟੀ ਕਾਉਂਸਲ ਦੇ ਵਿੱਚ, ਫਿਰ ਹੀ ਤੁਸੀਂ ਬਾਕੀਆਂ ਨੂੰ ਇੱਕ ਪੱਧਰ ਤੇ ਇੱਕ ਲੈਵਲ ਤੇ ਤੁਸੀਂ ਇਕੱਠੇ ਕਰ ਸਕਦੇ ਆ, ਬਿਕਾਜ਼ ਦੈਨ ਯੂ ਕੈਨ ਅਲਾਈਨ the interests of everybody. Even ਸਾਨੂੰ ਜਦੋਂ ਤੁਸੀਂ ਪੁੱਛਦੇ ਆ ਸਾਨੂੰ ਸਵਾਲ ਕਿ ਅਸੀਂ ਕਿਉਂ ਖੜੇ ਨੇ, ਅਸੀਂ ਪਿਛਲੇ ਸਾਲਾਂ ਦੇ ਵਿੱਚ ਜਦੋਂ ਸਾਡੇ ਟੈਕਸੀ ਵੀਰਾਂ ਨਾਲ ਜਿਹੜਾ ਉਬਰ ਆਉਣ ਦਾ ਜੋ ਮਸਲਾ ਦੇਖਿਆ ਸੀਗਾ, ਸਾਨੂੰ ਬੜੀ ਅਫਸੋਸ ਦੀ ਗੱਲ ਉਦੋਂ ਹੋਈ ਸੀ ਕਿ ਦੇਖੋ ਟੈਕਨੋਲੋਜੀ ਤੇ ਇਨੋਵੇਸ਼ਨ ਹੁੰਦੀਆਂ, ਟੈਕਨੋਲੋਜੀ ਤੇ ਇਨੋਵੇਸ਼ਨ ਹੋਈ ਜਾਂਦੀਆਂ, ਹਰ ਇੰਡਸਟਰੀ ਦੇ ਵਿੱਚ ਟੈਕਨੋਲੋਜੀ ਆਉਣੀ ਆ, ਇਨੋਵੇਸ਼ਨ ਆਉਣੀ ਆ, ਪਰ ਐਜ਼ ਅ ਪਾਲਿਸੀ ਮੇਕਰ, ਐਜ਼ ਅ ਪੋਲੀਟੀਸ਼ੀਅਨ ਤੁਹਾਡਾ ਕੀ ਰੋਲ ਆ? ਤੁਹਾਡਾ ਰੋਲ ਇਹ ਆ ਕਿ ਜੇ ਟੈਕਨੋਲੋਜੀ ਦੇ ਨਾਲ ਇੱਕ ਸੋਸਾਇਟੀ ਨੂੰ ਬੈਨੀਫਿਟ ਮਿਲਦਾ ਆ, ਵੱਧ ਮਿਲਦਾ, ਯੂ ਹੈਵ ਟੂ ਡਿਸਾਈਡ ਕਿ ਜਿਹੜੇ ਬੰਦਿਆਂ ਤੇ ਇੰਪੈਕਟ ਪੈਣਾ, ਜਿਹਨਾਂ ਤੋਂ ਤੁਸੀਂ ਬੈਨੀਫਿਟ ਕਢਾ ਰਹੇ ਆ, ਕਿ ਉਹਨਾਂ ਨੂੰ ਤੁਸੀਂ ਕਿੱਦਾਂ ਕੰਪਨਸੇਟ ਕਰਨਾ, ਉਹਨਾਂ ਨੂੰ ਤੁਸੀਂ ਕਿੱਦਾਂ ਟੇਕ ਕੇਅਰ ਕਰਨਾ, ਰਾਈਟ? ਦੈਟਸ ਦ ਕੁਐਸਚਨ, ਰਾਈਟ? ਟੈਕਨੋਲੋਜੀ ਨੂੰ ਇੰਪਰੂਵ ਕਰਨਾ, ਇਨੋਵੇਸ਼ਨ ਨੂੰ ਇੰਪਰੂਵ ਕਰਨਾ, ਉਹ ਤਾਂ ਸੌਖਾ ਆ, ਪਰ ਇਫ ਵੀ ਡੋਂਟ ਥਿੰਕ ਅਬਾਊਟ ਹਾਊ ਵੀਰ ਗੋਇੰ ਟੂ ਟੇਕ ਕੇਅਰ ਆਫ ਦ ਮੋਸਟ ਮਾਰਜਨਲਾਈਜ਼ਡ, ਦ ਮੋਸਟ ਵਲਨਰੇਬਲ, ਦੈਟਸ ਵੇਅਰ ਵੀਰ ਫੇਲਿੰਗ ਐਜ਼ ਪਾਲਿਸੀ ਮੇਕਰਸ। ਐਂਡ ਯੂ ਨੀਡ ਟੂ ਹੈਵ ਜਿਹੜੇ ਉੱਥੇ ਲੋਕ ਇਦਾਂ ਦੇ ਹੋਣੇ ਚਾਹੀਦੇ ਜਿਹੜੇ ਸਮਝ ਸਕਦੇ ਆ ਕਿ ਉਹਨਾਂ ਦੀ ਕੀ ਤਕਲੀਫ ਆ, ਉਹਨਾਂ ਦੇ ਕੀ ਨੁਕਸਾਨ ਹੋਇਆ ਸੀਗਾ, ਰਾਈਟ? ਪਰ ਉਸ ਸਮੇਂ ਜਿਹੜੇ ਹੁਣ ਮੀਡੀਆ ਵੀ ਸੀਗੇ, ਰਾਈਟ, ਦੇ ਨੈਵਰ ਫਰੇਮਡ ਇਟ ਦੈਟ ਵੇ, ਰਾਈਟ? ਫਰੇਮਿੰਗ ਇਹ ਸੀਗੀ ਕਿ ਇਹ ਟੈਕਸੀ ਵਾਲੇ ਇਹ ਕੰਮ ਨਹੀਂ ਕਰਦੇ, ਵੇਟ ਟਾਈਮਸ ਵੱਧ ਗਈਆਂ, ਦਿਸ ਐਂਡ ਦੈਟ, ਬਟ ਦੇ ਡਿਡਨਟ ਲੁੱਕ ਐਟ ਕਿ ਇਹਨਾਂ ਦਾ ਨੁਕਸਾਨ ਕੀ ਹੋਣਾ, ਇਹ ਵੀ ਆਪਣੇ ਬਿਜ਼ਨਸ ਚਲਾ ਰਹੇ ਆ, ਇਹਨਾਂ ਦੇ ਆਪਣੇ ਪਰਿਵਾਰ ਆ, ਇਹਨਾਂ ਦਾ ਆਪਣਾ ਰਿਟਾਇਰਮੈਂਟ ਆ, ਰਾਈਟ? ਦੇ ਨਾਓ they've been put into a hard place, but they didn't have, ਉਦੋਂ ਉਹਨਾਂ ਕੋਲ ਇਦਾਂ ਦਾ ਕੋਈ ਕਾਉਂਸਲਰ ਨਹੀਂ ਸੀ ਕਿ ਉਹਨਾਂ ਦਾ ਆਵਾਜ਼ ਉਠਾ ਸਕਦੇ ਸੀ ਉਸ ਸਮੇਂ ਜੀ। ਤੇ ਉਸ ਤੋਂ ਬਾਅਦ ਵੀ ਕਾਉਂਸਲਰਾਂ ਨੇ ਵਾਅਦਾ ਕੀਤਾ ਸੀ ਜਿਹੜੇ ਹੁਣ ਬਣੇ ਆ ਕਿ ਅਸੀਂ ਕੁਝ ਕਰੂੰਗੇ ਇਸ ਮੁੱਦਿਆਂ ਦੇ ਉੱਪਰ, ਪਰ 6 ਸਾਲਾਂ ਦੇ ਵਿੱਚ ਅਸੀਂ ਕੋਈ ਐਕਸ਼ਨ ਨਹੀਂ ਦੇਖੇ। ਮੂਵਿੰਗ ਫੋਰਵਰਡ ਹੋਰ ਇੰਡਸਟਰੀਆਂ ਨਾਲ ਵੀ ਹੋਣਾ ਆ, ਹੋਰ ਜੌਬਾਂ ਨਾਲ ਵੀ ਹੋ ਸਕਦਾ ਹੈ, ਪ੍ਰਾਈਵੇਟਾਈਜੇਸ਼ਨ ਵੀ ਕਈ ਬੰਦੇ ਹੁਣ ਡਰਦੇ ਆ ਕਿ ETS ਦੇ ਵਿੱਚ ਪ੍ਰਾਈਵੇਟਾਈਜੇਸ਼ਨ ਹੋਣੀ ਆ, ਕਿ ਜੇ ਅਸੀਂ ਇੱਕ ਵਧੀਆ ਇਕਨੋਮੀ ਬਣਾਉਣਾ ਚਾਹੁੰਦੇ ਆ, we can't do it off the backs of the most vulnerable workers, we can't do it off the backs of people of color, right? ਸਾਡੇ ਕੋਲ ਸਾਡੇ ਸ਼ਹਿਰ ਦੇ ਵਿੱਚ ਵਧੀਆ ਜੌਬਾਂ ਹੋਣੀਆਂ ਚਾਹੀਦੀਆਂ, ਗੁੱਡ ਕੁਆਲਿਟੀ ਜੌਬਸ, ਰਾਈਟ? ਫਿਰ ਹੀ ਅਸੀਂ ਆਪਣੀ ਇਕਨੋਮੀ ਬਣਾ ਸਕਦੇ ਹਾਂ, ਕਰਕੇ ਜਿੰਨਾ ਵੀ ਵਧੀਆ ਜੌਬਸ ਹੋਣ, ਜਿੰਨਾ ਉਹਨਾਂ ਦਾ ਕੋਈ ਬੈਨੀਫਿਟਸ ਹੋਣ, ਉਹਨਾਂ ਉਹ ਜ਼ਿਆਦਾ ਤੁਹਾਡੇ ਇਕਨੋਮੀ 'ਚ ਇਨਵੈਸਟ ਆਪ ਕਰ ਸਕਦੇ ਆ। ਤੇ ਉਹਦੇ ਕਰਕੇ ਮੇਰੇ ਵੱਲੋਂ ਅਸੀਂ ਜਿੱਥੇ ਵੀ ਅਸੀਂ ਦੇਖਣਾ ਕਿ there is a movement to take away quality jobs, we'll fight those things. ਕਡੋਲਾ ਸਾਹਿਬ, ਟਾਈਮ ਹੋ ਗਿਆ ਵਾ, ਪਰ ਮੈਂ ਚੱਲਦਾ ਇੱਕ ਕੁਇਕ ਸਵਾਲ ਤੁਹਾਡੇ ਕੋਲ ਪੁੱਛਣਾ ਚਾਹਾਂਗਾ। ਅਗਰ ਤੁਸੀਂ ਐਡਮਿੰਟੋਨੀਅਨਸ ਦੀ ਕੰਪੈਰੀਜ਼ਨ ਕਰੋ ਕੈਲਗਰੀ ਦੇ ਨਾਲ ਜਾਂ ਟੋਰਾਂਟੋ ਦੇ ਨਾਲ, ਪ੍ਰੋਪਰਟੀ ਟੈਕਸ ਬਹੁਤ ਜ਼ਿਆਦਾ ਪੇ ਕਰ ਰਹੇ ਸੀ, ਪਰ ਜਿਹੜੀ ਇੱਕ ਡਾਲਰ ਵੈਲਿਊ ਹੁੰਦੀ ਆ ਇਨ ਦੀ ਫਾਰਮ ਆਫ ਕਿ ਘਾਹ ਕੱਟਿਆ ਜਾਣਾ, ਸਨੋ ਚੱਕੀ ਜਾਣੀ, ਜਾਂ ਜੇਕਰ ਮੱਛਰ ਬਹੁਤ ਹੋ ਗਿਆ ਮਸਕੀਟੋ ਸਪਰੇਅ ਕੀਤਾ ਜਾਣਾ, ਜਾਂ ਇਦਾਂ ਦੀਆਂ ਬੇਸਿਕ ਕਮਿਊਨਿਟੀਜ਼ ਉਹ ਪ੍ਰੋਪਰ ਨਹੀਂ ਮਿਲ ਰਹੀਆਂ। ਤੁਹਾਨੂੰ ਕੀ ਲੱਗਦਾ ਵੀ ਕੀ ਕੀਤਾ ਜਾ ਸਕਦਾ ਵਾ? ਵੈਰੀ ਬਰੀਫਲੀ ਪਲੀਜ਼। ਆਈ ਥਿੰਕ ਕਿ ਸਾਨੂੰ ਜਿਹੜੀ ਐਡਮਿਨਿਸਟ੍ਰੇਸ਼ਨ ਆ ਉਹਦੇ ਉੱਪਰ ਸਾਨੂੰ ਆਪਣੇ ਸਵਾਲ ਪੁੱਛਣੇ ਚਾਹੀਦੇ ਆ ਕਿ ਵਾਈ ਆਰ ਵੀ ਫੇਲਿੰਗ, ਕਿ ਸਾਡਾ ਜਿਹੜਾ ਵੀ ਲੋਕੀ ਸਾਰੇ ਸਾਨੂੰ ਕਹਿੰਦੇ ਆ ਦਰਵਾਜ਼ਿਆਂ ਦੇ ਉੱਪਰ ਕਿ ਟੈਕਸ ਵਧੀ ਜਾਂਦਾ, ਸਰਵਿਸ ਘਟੀ ਜਾਂਦੀ ਆ, ਰਾਈਟ? ਕਿਉਂ? ਹੁਣ ਬੱਸਾਂ ਦੀ ਵੀ ਸਰਵਿਸ ਘਟ ਗਈ ਆ, ਰਾਈਟ? ਹੁਣ ਤੁਸੀਂ ਵੀ ਦੱਸਿਆ ਪਾਰਕਾਂ ਦੇ ਵਿੱਚ ਘਾਹ ਨਹੀਂ ਕੱਟਿਆ ਜਾਂਦਾ, ਸਨੋ ਦੀ ਇੱਕ ਵਾਰੀ ਸਾਫ਼ ਹੁੰਦਾ ਆ, ਕਿ ਸਾਡੇ ਪੈਸੇ ਕਿੱਧਰ ਲੱਗ ਰਹੇ ਆ, ਤੇ ਕਿੱਧਰ ਲੱਗ ਰਹੇ ਆ ਕਿ ਜਿਹੜੀ ਸਾਡੀ ਸਿਟੀ ਐਡਮਿਨਿਸਟ੍ਰੇਸ਼ਨ ਹੈ, ਜਿਹੜੀ ਉਹਦੀ ਮੈਨੇਜਮੈਂਟ ਹੈ, ਉਹ ਵੱਧਦੀ ਆ, ਰਾਈਟ? ਜਿੰਨੇ ਪੈਸੇ ਅਸੀਂ ਖਰਚਦੇ ਆ ਮੈਨੇਜਮੈਂਟ ਦੇ ਉੱਪਰ ਸਾਡੇ ਸ਼ਹਿਰ ਦੇ ਵਿੱਚ, ਇਟਸ ਵੇ ਲਾਰਜਰ ਦੈਨ ਐਨੀ ਅਦਰ ਮੇਜਰ ਸਿਟੀ ਇਨ ਕੈਨੇਡਾ। ਸੋ ਸਾਨੂੰ ਪਹਿਲਾਂ ਉਸ ਚੀਜ਼ ਦੇ ਉੱਪਰ ਸਾਨੂੰ ਕੁਐਸਚਨ ਕਰਨਾ ਪੈਣਾ, ਉੱਥੇ ਸਾਨੂੰ ਸੇਵਿੰਗਸ ਲੱਭਣੇ ਪੈਣੇ ਆ, ਜਾਂ ਸਾਨੂੰ ਆਪਣੀ ਜਿਹੜੀ ਫਰੰਟ ਲਾਈਨ ਸਰਵਿਸਿਜ਼ ਹੈ ਉਹਨਾਂ ਨਾਲ ਜਾ ਕੇ ਰਲ ਕੇ ਕਰਕੇ, ਕਈ ਵਾਰੀ ਜਿਹੜੇ ਸਾਡੇ ਫਰੰਟ ਲਾਈਨ ਵਰਕਰ ਨੇ ਸਿਟੀ ਦੇ ਵਿੱਚ,
ਉਹਨਾਂ ਨੂੰ ਪਤਾ ਹੈ ਕਿ ਅਸੀਂ ਵਧੀਆ ਤਰੀਕੇ ਦੇ ਨਾਲ ਕਿੱਦਾਂ ਅਸੀਂ ਆਪਣਾ ਕੰਮ ਕਰ ਸਕਦੇ ਹਾਂ। ਕਈ ਵਾਰੀ ਮੈਨੇਜਮੈਂਟ ਕਹਿੰਦੀ ਹੈ ਕਿ ਨਹੀਂ ਤੁਸੀਂ ਇਸ ਤਰੀਕੇ ਦੇ ਨਾਲ ਕਰਨਾ ਜਾਂ ਇਸ ਤਰੀਕੇ ਨਾਲ ਕਰਨਾ। ਸਾਨੂੰ ਇੱਕ ਬਹੁਤ ਵਧੀਆ ਮੌਕਾ ਮਿਲਿਆ ਹੈ ਕਿ ਅਸੀਂ ਕਈ ਜਿਹੜੇ ਵਰਕਰ ਆ ਕਿ ਉਹਨਾਂ ਨਾਲ ਮਿਲ ਕੇ ਅਸੀਂ ਪੁੱਛਿਆ ਕਿ ਤੁਹਾਡਾ ਜਿਹੜਾ ਤੁਸੀਂ ਕੰਮ ਕਰਦੇ ਆ ਕਿ ਤੁਸੀਂ ਇੱਕ ਵਧੀਆ ਤਰੀਕੇ ਨਾਲ ਕਿੱਦਾਂ ਕਰ ਸਕਦੇ ਆ, ਤੇ ਉਹਨਾਂ ਤੋਂ ਇੰਨੇ ਵਧੀਆ ਆਈਡੀਆ ਮਿਲਦੇ ਆ ਕਿ ਕਰਕੇ ਉਹਨਾਂ ਨੂੰ ਪਤਾ ਹੈ ਕਿ ਆਪਣਾ ਕੰਮ ਕਿੱਦਾਂ ਕਰਨਾ, ਕਿ ਆਪਣੀ ਸਨੋ ਕਿੱਦਾਂ ਸਾਫ਼ ਕਰਨੀ ਹੈ ਜਾਂ ਆਪਣਾ ਘਾਹ ਕਿੱਦਾਂ ਕੱਟਣਾ ਹੈ, ਪਰ ਉੱਪਰੋਂ ਡਾਇਰੈਕਸ਼ਨ ਮਿਲਦੀ ਕਿ ਤੁਸੀਂ ਇਦਾਂ ਨਹੀਂ ਕਰਨਾ। ਸੋ ਐਜ਼ ਅ ਕਾਉਂਸਲਰ ਸਾਡਾ ਪ੍ਰੋਮਿਸ ਇਹੀ ਆ ਕਿ ਅਸੀਂ ਜਿਹੜੇ ਸਾਡੇ ਫਰੰਟ ਲਾਈਨ ਵਰਕਰ ਆ ਕਿ ਉਹਨਾਂ ਨਾਲ ਰਲ ਕੇ ਉਹਨਾਂ ਨਾਲ ਜਿਹੜੇ ਵੀ ਇਹ ਮੁੱਦੇ ਆ ਉਹਨਾਂ ਦਾ ਹੱਲ ਲੱਭੂਗੇ, ਉਹਨਾਂ ਤੋਂ ਲੱਭੂਗੇ ਕਰਕੇ ਉਹਨਾਂ ਨੂੰ ਆਪਣੇ ਕੰਮ ਦਾ ਪਤਾ ਆ। they know how to do their job best and we'll work with them to find those solutions। ਕੰਡੋਲਾ ਸਾਹਿਬ, ਪ੍ਰੋਗਰਾਮ ਆਲਮੋਸਟ ਕੰਪਲੀਟ ਹੈ ਜੀ। ਆਪਣੇ ਜਿਹੜੇ ਵਾਰਡ ਨੰਬਰ 12 ਜਾਂ ਸਫਾਮੀ ਟਾਪੀ ਦੇ ਜਿਹੜੇ ਰੈਜ਼ੀਡੈਂਟ ਉਹਨਾਂ ਲਈ ਕੋਈ ਖਾਸ ਸੁਨੇਹਾ ਜੀ? ਸੋ ਸਾਰਿਆਂ ਨੂੰ ਬਸ ਇਹੀ ਬੇਨਤੀ ਆ ਕਿ ਅਕਤੂਬਰ 4 ਤਰੀਕ ਨੂੰ ਐਡਵਾਂਸ ਵੋਟਿੰਗ ਸ਼ੁਰੂ ਆ। 4 ਤੋਂ 13 ਤਰੀਕ ਤੱਕ ਰਿਜੂਅਲ ਕਮਿਊਨਿਟੀ ਲੀਗ ਦੇ ਵਿੱਚ ਵੋਟਿੰਗ ਪੈਣੀ ਆ, ਤੇ ਫਿਰ ਉਸ ਤੋਂ ਬਾਅਦ ਅਕਤੂਬਰ 18 ਨੂੰ ਇਲੈਕਸ਼ਨ ਹੋਣੀ ਆ। ਕਿ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਇਲੈਕਸ਼ਨ ਦੇ ਵਿੱਚ ਤੁਸੀਂ ਇੱਕ ਚੇਂਜ ਲਿਆਓ, ਤੁਸੀਂ ਇੱਦਾਂ ਦੇ ਕਾਉਂਸਲਰ ਚੁਣੋ ਜਿਹੜੀ ਤੁਹਾਡੀ ਆਵਾਜ਼ ਸਿਟੀ ਕਾਉਂਸਲ ਤੱਕ ਪਹੁੰਚਾ ਸਕਦੇ ਆ। ਉੱਥੇ ਜਾ ਕੇ ਤੁਹਾਡੀ ਜੋ ਵੀ ਮਸਲੇ ਨੇ ਉਹਨਾਂ ਦਾ ਕੋਈ ਹੱਲ ਲੱਭ ਸਕਦੇ ਆ। ਸੋ ਪਲੀਜ਼ on October 18th vote Harman Singh Kandola for the ward of Safama Tapi। ਧੰਨਵਾਦ ਜੀ। ਥੈਂਕ ਯੂ ਜੀ। ਸੋ ਇਹ ਸਨ ਜੀ ਹਰਮਨ ਕੰਡੋਲਾ, ਜਿਹੜੇ ਕਿ ਵਾਰਡ ਸਪੈਮੀ ਟੋਪੀ ਤੋਂ ਐਜ਼ ਏ ਕਾਉਂਸਲਰ ਆਪਣਾ ਭਵਿੱਖ ਅਜਮਾਉਣ ਜਾ ਰਹੇ ਨੇ। ਵੋਟਾਂ ਪੈਣੀਆਂ ਨੇ ਜੀ 18 ਅਕਤੂਬਰ ਨੂੰ, ਤੇ ਜਿਹੜੀ ਐਡਵਾਂਸ ਪੋਲ ਆ ਉਹ 4 ਅਕਤੂਬਰ ਤੋਂ ਲੈ ਕੇ 13 ਅਕਤੂਬਰ ਤੱਕ ਪੈਣੀ ਆ। ਵੋਟ ਦਾ ਅਧਿਕਾਰ ਤੁਹਾਡਾ ਲੋਕਤੰਤਰ ਦੇ ਵਿੱਚ ਸਭ ਤੋਂ ਵੱਡਾ ਹਥਿਆਰ ਹੈ, ਜਿਸ ਨਾਲ ਸਰਕਾਰਾਂ ਬਦਲੀਆਂ ਜਾ ਸਕਦੀਆਂ ਨੇ। ਸੋ ਵੋਟ ਪਾਉਣਾ ਨਾ ਭੁੱਲਿਓ ਜੀ, ਤੇ ਵੇਖਦੇ ਰਹੋ ਪੰਜਾਬੀ ਨੈਸ਼ਨਲ ਟੈਲੀਵਿਜ਼ਨ। ਉਮੀਦ ਤੁਹਾਡੀ, ਕੋਸ਼ਿਸ਼ ਸਾਡੀ। ਤੇ ਮਨਜੀਤ ਸਿੰਘ ਫੇਰੂਮਾਨ ਨੂੰ ਦਿਓ ਜੀ ਇਜਾਜ਼ਤ। ਧੰਨਵਾਦ।